ਵਾਈਟਲ ਐਗਰੋ ਕੈਮੀਕਲ ਜਿਹਦੀ ਤਰਫੋਂ ਅੱਜ ਦੀ ਇਹ ਬੈਠਕ ਦਾ ਇਨਕਾਦ ਹੋਇਆ ਵਾ, ਤੁਹਾਡਾ ਆਪਣਾ ਘਰ ਦਾ ਗਰੁੱਪ ਹੈ ਵਾ, ਤੁਹਾਡੇ ਆਪਣੇ ਲੋਕਲ ਕੰਪਨੀ ਹੈ ਵਾ, ਤੁਹਾਡੇ ਇਲਾਕੇ ਦੀ ਕੰਪਨੀ ਹੈ ਵਾ, ਉਹ ਤੁਹਾਨੂੰ ਜਾਣਦੀ ਹੈ ਕਿਉਂਕਿ ਮੁਖਤਲਿਫ ਚਾਹ ਦੇ ਹਵਾਲੇ ਦੇ ਨਾਲ, ਮਸਾਲਾ ਜਾਤ ਦੇ ਹਵਾਲੇ ਦੇ ਨਾਲ, ਸੋਪ ਦੇ ਹਵਾਲੇ ਦੇ ਨਾਲ, ਫੀਡ ਦੇ ਹਵਾਲੇ ਦੇ ਨਾਲ, ਔਰ ਐਗਰੋ ਕੈਮੀਕਲ ਵੀ ਇਹਨਾਂ ਦਾ ਇੱਕ ਪ੍ਰੋਜੈਕਟ ਹੈ ਵਾ ਜਿਹਦੇ ਵਿੱਚ ਅਰਸਾ 3 ਤੋਂ 4 ਸਾਲ ਹੋ ਗਏ ਨੇ ਸਟਾਰਟ ਲਿਆ ਵਾ। ਔਰ ਅੱਲਾਹ ਪਾਕ ਖੈਰ ਕਰੇ, ਆਪਣੀ ਕੁਆਲਿਟੀ ਦੇ ਹਵਾਲੇ ਦੇ ਨਾਲ, ਆਪਣੀ ਸਾਖ ਦੇ ਹਵਾਲੇ ਦੇ ਨਾਲ ਮਾਰਕੀਟ ਪੂਰੀ ਨੂੰ ਬਹੁਤ ਜ਼ਿਆਦਾ ਮੁਤਾਸਰ ਕਰ ਰਿਹਾ ਹੈ। ਚੰਦ ਐਸੀਆਂ ਖੂਬੀਆਂ ਨੇ ਵਾਈਟਲ ਐਗਰੋ ਕੈਮੀਕਲ ਦੀਆਂ ਜਿਹੜੀਆਂ ਕਿ ਸਾਨੂੰ ਇਸ ਇੰਡਸਟਰੀ ਦੇ ਵਿੱਚ ਬੜਾ ਮੁਮਤਾਜ਼ ਕਰਦੀਆਂ ਨੇ, ਜਿਹਦੇ ਵਿੱਚ ਵਾਈਟਲ ਐਗਰੋ ਕੈਮੀਕਲ ਨੇ ਜਨੈਰਿਕ ਕੰਪਨੀਆਂ ਦੇ ਵਿੱਚ ਇੱਕ ਆਪਣੇ ਮਿਆਰ ਨੂੰ ਬਹੁਤ ਹੀ ਬੁਲੰਦ ਰੱਖਿਆ ਵਾ, ਜਿਹਦਾ ਇੱਕ ਵਾਜ਼ਿਹ ਸਬੂਤ ਸਾਡੇ ਕੋਲ ਜ਼ਿਮੀਂਦਾਰਾਂ ਦਾ ਫੀਡਬੈਕ ਹੈ ਵਾ, ਸਾਡੇ ਪ੍ਰੋਡਕਟ ਦੀ ਸੇਲ ਹੈ ਵਾ, ਕਿ ਲੋਕ ਕੁਆਲਿਟੀ ਦੇ ਹਵਾਲੇ ਦੇ ਨਾਲ ਸਾਡੇ ਤੋਂ ਵਾਈਟਲ ਤੋਂ ਬਹੁਤ ਜ਼ਿਆਦਾ ਮੁਤਾਸਰ ਹੋਏ ਨੇ। ਦੂਸਰਾ ਇੱਕ ਬੜਾ ਸੀਰੀਅਸ ਫੀਚਰ ਹੈ ਵਾ ਕਿ ਇਹਨਾਂ ਦੇ ਕੋਲ ਰੇਂਜ ਬੜੀ ਪ੍ਰੋਪਰ ਹੈ ਵਾ। ਇਹ ਖਾਦਾਂ ਦੇ ਉੱਪਰ ਵੀ ਕੰਮ ਕਰ ਰਹੇ ਨੇ ਵਾਈਟਲ ਐਗਰੋ ਕੈਮੀਕਲ। ਵਾਈਟਲ ਐਗਰੋ ਕੈਮੀਕਲ ਜਰਾਸੀਮੀ ਬਿਮਾਰੀਆਂ, ਫੰਗਸ, ਉਹਨਾਂ ਦੇ ਹਵਾਲੇ ਨਾਲ ਬਹੁਤ ਅੱਛਾ ਸਬਜ਼ੀਆਤ 'ਤੇ ਕੰਮ ਕਰ ਰਿਹਾ ਵਾ। ਕੀੜੇ ਮਾਰ ਦਵਾਈਆਂ ਦੇ ਹਵਾਲੇ ਦੇ ਨਾਲ ਬਹੁਤ ਅੱਛਾ ਕੰਟਰੀਬਿਊਸ਼ਨ ਹੈ ਜੀ ਹਮਾਰੇ ਔਰ ਇਸ ਦੇ ਨਾਲ ਕੀੜੇ ਮਾਰ ਅਦਵਿਆਤ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਆਪਣਾ ਇੱਕ ਬਹੁਤ ਹੀ ਖੂਬਸੂਰਤ ਸ਼ਾਖਸਾਨਾ ਬਣਾ ਚੁੱਕਿਆ ਵਾ। ਔਰ ਤੀਸਰੀ ਇਹਦੀ ਅਹਿਮ ਕੁਆਲਿਟੀ ਇਹ ਹੈਗੀ ਹੈ ਕਿ ਇਹੀ ਕੁਆਲਿਟੀ, ਅੱਛੀ ਕੁਆਲਿਟੀ ਜਿੱਦਤ ਦੇ ਨਾਲ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਆਪਾਂ ਨੂੰ ਬਹੁਤ ਮਹਿੰਗਾ ਵੇਚ ਰਹੀਆਂ ਨੇ, ਵਾਈਟਲ ਆਪਣਾ ਪ੍ਰੋਡਕਟ ਜ਼ਿਮੀਂਦਾਰ ਦੀ ਜੇਬ ਦੇ ਉੱਪਰ ਬੋਝ ਨਹੀਂ ਬਣ ਦੇ ਰਿਹਾ। ਜਿਸ ਕੁਆਲਿਟੀ ਦਾ ਪ੍ਰੋਡਕਟ ਵਾਈਟਲ ਐਗਰੋ ਕੈਮੀਕਲ ਦੇ ਰਹੀ ਹੈ ਵਾ ਮਾਰਕੀਟ ਦੇ ਵਿੱਚ, ਇਹੀ ਕੁਆਲਿਟੀ ਸਾਡੇ ਕੋਲ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚੋਂ 400-400, 500-500 ਰੁਪਇਆ ਫੀ ਪੈਕ ਜਿਹੜਾ ਵਾ ਉਹ ਜ਼ਿਆਦਾ ਜਿਹੜਾ ਵਾ ਕੋਸਟ ਲੈ ਰਹੀਆਂ ਨੇ, ਜਿਹੜਾ ਕਿ ਜ਼ਿਮੀਂਦਾਰ ਦੇ ਉੱਪਰ ਬੋਝ ਬਣ ਰਿਹਾ ਵਾ। ਵਾਈਟਲ ਐਗਰੋ ਕੈਮੀਕਲ ਜਿਹੜਾ ਹੈਗਾ ਵਾ ਜ਼ਿਮੀਂਦਾਰ ਦੀ ਜੇਬ ਨੂੰ ਵੀ ਬਹੁਤ ਜ਼ਿਆਦਾ ਮਲਹੂਜ਼ੇ ਖਾਤਰ ਰੱਖਦਾ ਹੈ ਵਾ। ਔਰ ਜਦੀਦ ਕੈਮਿਸਟਰੀ ਜਿਹੜੀ ਹੈ, ਕਿਉਂਕਿ ਕੀੜੇ ਬਦਲਦੇ ਰਹਿੰਦੇ ਨੇ, ਬਿਮਾਰੀਆਂ ਬਦਲਦੀਆਂ ਰਹਿੰਦੀਆਂ ਨੇ, ਉਹਦੇ ਮੁਤਾਬਕ ਉਹਦੇ ਹੱਲ ਵੀ ਬਦਲਦੇ ਰਹਿੰਦੇ ਨੇ, ਜਦੀਦ ਆਉਂਦੇ ਜਾਂਦੇ ਨੇ, ਜਿੱਦਤ ਵੀ ਲੈ ਕੇ ਆਉਂਦੇ ਨੇ। ਹਰ ਸਾਲ ਦੇ ਵਿੱਚ ਹਰ ਫਸਲ ਦੇ ਉੱਪਰ 3 ਤੋਂ 4 ਅਸੀਂ ਮਖਸੂਸ ਅੱਛੇ ਪ੍ਰੋਡਕਟ ਇੰਟਰੋਡਿਊਸ ਕਰਾਈਦੇ ਨੇ। ਲੇਕਿਨ ਜਿੱਦਤ ਦੇ ਵਿੱਚ ਵੀ ਅਸੀਂ ਇਸ ਚੀਜ਼ ਦਾ ਖਿਆਲ ਰੱਖੀਦਾ ਵਾ ਕਿ ਮਲਟੀਨੈਸ਼ਨਲ ਕੰਪਨੀਆਂ ਜਾਂ ਦੂਸਰੀਆਂ ਕੰਪਨੀਆਂ ਜਿਹੜੀਆਂ ਕਿ ਇੱਕ 1500, 2000, 3000 ਤੱਕ ਦਾ ਫੀ ਪੈਕ ਲੈ ਕੇ ਆਉਂਦੀਆਂ ਨੇ, ਅਸੀਂ ਉਸ ਹਵਾਲੇ ਨਾਲ ਅਸੀਂ ਜ਼ਿਮੀਂਦਾਰ ਦੀ ਜੇਬ ਨੂੰ, ਤਾਂ ਕਿ ਉਸ ਪਾਕਟ ਦੇ ਉੱਪਰ ਸਾਡੇ ਜਿੰਨੇ ਵੀ ਅਖਰਾਜਾਤ ਨੇ ਉਹ ਮੈਨੇਜ ਰਹਿਣ, ਉਹਨਾਂ ਨੂੰ ਮੱਦੇਨਜ਼ਰ ਰੱਖਦਾ ਹੋਇਆ ਅਸੀਂ ਆਪਣੇ ਜਦੀਦ ਕੈਮਿਸਟਰੀ ਲੈ ਕੇ ਆਉਂਦੇ ਹਾਂ, ਤਾਂ ਕਿ ਜਦੀਦ ਵੀ ਹੋਵੇ, ਰਿਜ਼ਲਟ ਓਰੀਐਂਟਡ ਵੀ ਹੋਵੇ ਔਰ ਜ਼ਿਮੀਂਦਾਰ ਦੇ ਉੱਪਰ ਉਹ ਬੋਝ ਨਾ ਬਣੇ। ਇਹ ਸੀਲੀਅੰਟ ਫੀਚਰ ਸੀਗੇ ਜੀ ਵਾਈਟਲ ਐਗਰੋ ਕੈਮੀਕਲ ਦੇ, ਜਿਸ ਦੀ ਵਜ੍ਹਾ ਤੋਂ ਅਸੀਂ ਅੱਲਾਹ ਪਾਕ ਖੈਰ ਕੀਤਾ, ਸਾਡੀ ਸੇਲ ਦੇ ਵਿੱਚ, ਸਾਡੇ ਜ਼ਿਮੀਂਦਾਰ ਦਾ, ਸਾਡਾ ਅਟੈਚਮੈਂਟ ਦੇ ਵਿੱਚ ਬਹੁਤ ਜ਼ਿਆਦਾ ਬੇਤਹਾਸ਼ਾ ਇਜ਼ਾਫਾ ਹੋ ਰਿਹਾ ਵਾ। ਔਰ ਲੋਕਾਂ ਦੇ ਅਤਮਾਦ ਦੇ ਵਿੱਚ ਵੀ ਜਿਹੜਾ ਸਾਡੇ ਵਾਸਤੇ ਇੱਕ ਬਲੱਡ ਦੀ ਹਸੀਅਤ ਰੱਖਦਾ ਹੈ ਵਾ, ਜਿਹਨੂੰ ਅਸੀਂ ਅੱਗੇ ਲੈ ਕੇ ਚੱਲ ਰਹੇ ਹਾਂ ਵਾ। ਅੱਜ ਦੀ ਜਿਹੜੀ ਆਹ ਬੈਠਕ ਹੈ ਵਾ ਜੀ, ਇਹਦਾ ਆਪਣਾ ਮਕਸਦ ਹੈ ਵਾ ਕਾਟਨ ਦੇ ਹਵਾਲੇ ਦੇ ਨਾਲ, ਇਹ ਨਰਮੇ ਦੇ ਹਵਾਲੇ ਦੇ ਨਾਲ ਆ, ਕਿਉਂਕਿ ਆਪਣੀ ਆਉਣ ਵਾਲੀ ਫਸਲ ਹੈ ਵਾ। ਨਰਮੇ ਦਾ ਸਿਨੈਰੀਓ ਜਿਹੜਾ ਵਾ ਉਹ ਪਾਕਿਸਤਾਨ ਦੇ ਵਿੱਚ ਅੱਲਾਹ ਪਾਕ ਨੇ ਰਹਿਮਤ ਕੀਤੀ ਹੈ ਵਾ, ਪਿਛਲੇ ਸਾਲ ਤੋਂ ਬੜਾ ਸ਼ਾਨਦਾਰ ਰੁਖ ਇਖਤਿਆਰ ਕਰ ਗਿਆ ਵਾ, ਕਿਉਂਕਿ ਰੇਟ ਬੜਾ ਅੱਛਾ ਮਿਲ ਰਿਹਾ ਵਾ। ਜ਼ਿਮੀਂਦਾਰ ਨੂੰ ਜਦੋਂ ਵੀ ਰੇਟ ਜ਼ਿਆਦਾ ਅੱਛਾ ਮਿਲਦਾ ਵਾ, ਆਪਣੀ ਫਸਲ ਦੇ ਉੱਪਰ ਤਵੱਜੋ ਵੀ ਦਿੰਦਾ ਵਾ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਅੱਛੇ ਔਰ ਖੂਬਸੂਰਤ ਤਰੀਕੇ ਨਾਲ ਕਾਸ਼ਤ ਕਰਨ ਦੀ, ਆਪਣੀ ਮਿਹਨਤ ਭਰਪੂਰ ਕਰਨ ਦੀ ਕੋਸ਼ਿਸ਼ ਕਰਦਾ ਵਾ, ਅਗਰ ਉਹਨੂੰ ਰੇਟ ਅੱਛਾ ਮਿਲ ਰਿਹਾ ਹੋਵੇ ਤਾਂ। ਉਹ ਚੀਜ਼ ਸਾਡੇ ਕੋਲ ਮਿਲ ਗਈ ਹੈ ਵਾ। ਔਰ ਇਹ ਸਾਲ ਵੀ ਜਿਹੜਾ ਹੈਗਾ ਵਾ, ਇਹਦੇ ਵਿੱਚ ਵੀ ਕਾਟਨ ਜਿਹੜਾ ਵਾ ਪਾਕਿਸਤਾਨ ਦੀ, ਕਿਉਂਕਿ ਇੰਡਸਟਰੀ ਬਹੁਤ ਜ਼ਿਆਦਾ ਜਿਹੜੀ ਹੈ ਵਾ ਉਹ ਟੈਕਸਟਾਈਲ ਦੀ ਇੰਡਸਟਰੀ ਪਾਕਿਸਤਾਨ 'ਚ ਸ਼ਿਫਟ ਹੋਣ ਦੀ ਵਜ੍ਹਾ ਤੋਂ ਇੱਕ ਤਾਂ ਕਾਟਨ ਦਾ ਰੇਟ ਬਹੁਤ ਜ਼ਿਆਦਾ ਅੱਛਾ ਰਹਿਣ ਦੇ ਚਾਂਸਸ ਨੇ, ਦੂਸਰਾ ਇੱਜ਼ਤ ਦੇ ਨਾਲ ਵਿਕਣੀ ਹੈ। ਬਾਜ਼ਕਾਤ ਪਿਛਲੇ ਸਿਨੈਰੀਓ ਦੇ ਵਿੱਚ ਵੀ ਰੇਟ ਉੱਪਰ ਗਿਆ ਸੀਗਾ, ਲੇਕਿਨ ਕਾਟਨ ਦੀ ਜਿਹੜੀ ਸੇਲ ਸੀਗੀ ਉਹ ਆਪਣਾ ਇਤਨੀ ਬਾਇਜ਼ਤ ਨਹੀਂ ਸੀਗੀ, ਪੈਸਿਆਂ ਦੇ ਫਲਕਚੁਏਸ਼ਨ ਸੀਗੀ, ਕਈ ਚੀਜ਼ਾਂ ਹੋਰ ਸੀ। ਲੇਕਿਨ ਇਸ ਦਫਾ ਕਾਟਨ ਜਿਹੜੀ ਹੈ ਵਾ ਉਹ ਪੈ ਦਰ ਪੈ ਮਤਲਬ ਬੜੇ ਅੱਛੇ ਖੂਬਸੂਰਤ ਤਰੀਕੇ ਦੇ ਨਾਲ ਉਹਦੀ ਸੇਲ ਹੋ ਚੱਲਦੀ ਹੈ ਔਰ ਜ਼ਿਮੀਂਦਾਰ ਨੂੰ ਜ਼ਿਆਦਾ ਫਾਇਦਾ ਮਿਲ ਰਿਹਾ। ਲੇਕਿਨ ਕਾਟਨ ਦੇ ਉੱਪਰ ਜਦੋਂ ਵੀ ਅਸੀਂ ਰੇਟ ਕਿਸੇ ਚੀਜ਼ ਦਾ ਜ਼ਿਆਦਾ ਦੇਖਦੇ ਹਾਂ ਵਾ, ਜਦੋਂ ਸਾਨੂੰ ਪ੍ਰੋਫਿਟ ਨਜ਼ਰ ਆਉਂਦਾ ਵਾ, ਅਸੀਂ ਕੋਸ਼ਿਸ਼ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰੀ ਲੈਣ ਦੀ, ਔਰ ਸਾਡਾ ਹੱਕ ਹੈ ਵਾ, ਇਸ ਵਾਸਤੇ ਕੋਸ਼ਿਸ਼ ਔਰ ਮਿਹਨਤ ਕਰਨੀ ਚਾਹੀਦੀ ਹੈ। ਲੇਕਿਨ ਜ਼ਿਆਦਾ ਕਾਸ਼ਤ ਦੇ ਮਾਮਲੇ ਦੇ ਵਿੱਚ ਜਦੋਂ ਅਸੀਂ ਜਾਵਾਂਗੇ, ਜਦੋਂ ਅਸੀਂ ਜ਼ਿਆਦਾ ਫਸਲ ਲੈਣ ਦੇ ਮਾਮਲੇ 'ਚ ਜਾਵਾਂਗੇ, ਚੰਦ ਚੀਜ਼ਾਂ ਦਾ ਫਿਰ ਵੀ ਤੁਸੀਂ ਖਿਆਲ ਰੱਖਣਾ ਹੈ। ਉਹਦੇ ਵਿੱਚੋਂ ਸਭ ਨਾਲੋਂ ਪਹਿਲੀ ਚੀਜ਼ ਜਿਹੜੀ ਹੈ ਵਾ ਖਿਆਲ ਰੱਖਣ ਵਾਲੀ ਹੈ ਵਾ, ਉਹਦੇ ਵਿੱਚੋਂ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਜਿਹੜਾ ਨਰਮਾ ਹੈਗਾ ਵਾ, ਇਹਦੀਆਂ 2 ਹੀ ਖਾਦਾਂ ਨੇ, 2 ਹੀ ਖੁਰਾਕਾਂ ਨੇ, ਕਿਹੜੀ ਆ ਵਾ ਪਾਣੀ ਤੇ ਗਰਮੀ। ਇਹ ਬਾਰਿਸ਼ ਔਰ ਸਰਦੀ ਤੋਂ ਬਹੁਤ ਹੀ ਮੁਤਾਸਰ ਹੁੰਦਾ ਹੈ।
ਇਹਦੀ ਅਸਲ ਹੈ ਕਿ ਥੱਲੇ ਨੂੰ ਪਾਣੀ ਮਿਲਦਾ ਰਹੇ ਪ੍ਰੋਪਰ, ਉੱਪਰ ਇਹਨੂੰ ਗਰਮੀ ਮਿਲਦੀ ਰਹੇ। ਖੁਸ਼ਕੀਆਂ ਦੇ ਵਿੱਚ ਬਿਹਤਰੀਨ ਕਾਟਨ ਦਿੰਦੀ ਹੈਗੀ, ਜ਼ਿਆਦਾ ਐਵਰੇਜ ਆਉਂਦੀ ਹੈ ਵਾ। ਪਿਛਲੇ ਸਾਲ ਜਿਸ ਤਰ੍ਹਾਂ ਲੇਟ ਦੇ ਉੱਤੇ ਬਾਰਿਸ਼ਾਂ ਕਮ ਹੋਈਆਂ, ਅਗੇਤੀਆਂ ਬਾਰਿਸ਼ਾਂ ਜ਼ਰਾ ਅੱਛੀਆਂ ਮਿਲ ਗਈਆਂ ਸੀ, ਉਹਦੇ ਵਜ੍ਹਾ ਦੇ ਉੱਤੇ ਸਾਨੂੰ ਬੜੀ ਅੱਛੀ ਪੈਦਾਵਾਰ 5-6 ਮਣ ਤੱਕ ਇਜ਼ਾਫਾ ਹੋਇਆ ਫਿਰ ਪੈਦਾਵਾਰ। ਅੱਛਾ, ਇਹਦੇ ਵਿੱਚ ਚੀਜ਼ ਖਿਆਲ ਰੱਖਣ ਵਾਲੀ ਇਹ ਹੈਗੀ ਕਿ ਜਦੋਂ ਅਸੀਂ ਜ਼ਿਆਦਾ ਪੈਦਾਵਾਰ ਲਵਾਂਗੇ ਤਾਂ ਤੁਸੀਂ ਪਾਣੀ ਨੂੰ ਜ਼ਿਹਨ 'ਚ ਰੱਖਣਾ ਕਿ ਉਹ ਤੁਹਾਡੀ ਮੇਨ ਖੁਰਾਕ ਹੈ, ਨਾ DAP ਹੈ, ਨਾ ਯੂਰੀਆ ਹੈ, ਨਾ ਦੂਸਰੀ, ਨਾ ਤੀਸਰੀ। ਕਦੀ ਵੀ ਤੁਸੀਂ ਇਹ ਨਹੀਂ ਸੋਚਣਾ ਕਿ 10 ਏਕੜ ਜਾਂ 12 ਏਕੜ ਦੀ ਜਿਹੜਾ ਪੈਦਾਵਾਰੀ ਬੰਦਾ ਜਿਹਦੇ ਕੋਲ ਏਕੜ ਜ਼ਮੀਨ ਹੈ ਵਾ, ਉਹ ਅਗਰ ਕਹਿ ਰਿਹਾ ਕਿ ਉਹ 8 ਏਕੜ ਜਾਂ 7 ਏਕੜ ਕਾਸ਼ਤ ਕਰਦਾ ਵਾ, ਤਾਂ ਕਹਿੰਦਾ ਜੀ ਕਾਟਨ ਦਾ ਰੇਟ ਅੱਛਾ ਵਾ, ਮੈਂ ਇਹਨੂੰ 9 ਤੋਂ 10 ਏਕੜ ਤੇ ਲੈ ਜਾਵਾਂ। ਏਕੜ ਨਹੀਂ ਵਧਾਉਣੇ। ਅਸੀਂ ਆਪਣੇ ਪਾਣੀ ਦੇ ਵਸਾਇਲ ਦੇ ਮੁਤਾਬਕ ਏਕੜ ਕਮ ਕਰ ਲਓ, ਜ਼ਿਆਦਾ ਪੈਦਾਵਾਰ ਲੈਣ ਵਾਸਤੇ ਅਗਰ ਪਾਣੀ ਦੇ ਵਸਾਇਲ ਸਾਡੇ ਕੋਲ ਉਹੀ ਹੋਣ ਔਰ ਸਾਥ ਸਾਨੂੰ ਟੂਅਰ ਇਸਤੇਮਾਲ ਕਰਨਾ ਪਵੇ, ਕਿਉਂਕਿ ਕਾਟਨ ਜਿਹੜਾ ਹੈਗਾ ਵਾ ਇਹ 72 ਕਿਊਸਕ ਪਾਣੀ ਮਤਲਬ ਚੱਲਦਾ ਵਾ ਇਹਦਾ ਇੱਕ ਕ੍ਰਾਪ ਦੇ ਉੱਪਰ। ਅਸੀਂ ਉਸ ਨੂੰ ਮੈਨੇਜ ਕਰਨਾ ਹੈਗਾ ਵਾ। ਅਗਰ ਅਸੀਂ 8 ਏਕੜ ਦੀ ਗੁੰਜਾਇਸ਼ ਹੈਗੀ, ਅਸੀਂ 10 ਏਕੜ ਕਾਸ਼ਤ ਕਰਾਂਗੇ, ਉਹ 10 ਏਕੜ ਦੇ ਵਿੱਚੋਂ ਅਸੀਂ 200 ਮਣ ਜਿਹੜਾ ਲੈਣਾ ਵਾ ਮੁਸ਼ਕਿਲ ਹੈ ਵਾ। 8 ਏਕੜ ਦੇ ਵਿੱਚੋਂ 200 ਮਣ ਲੈਣਾ ਆਸਾਨ ਹੈ ਵਾ। 7 ਏਕੜ ਤੇ ਆ ਜਾਓਗੇ ਤਾਂ ਮੈਂ ਤਾਂ ਵੀ ਛੋਟ ਹੀ ਦਿੰਦਾ ਹੈਗਾ ਵਾ ਕਿ 200 ਤੋਂ ਪਲੱਸ ਵੀ ਜਾ ਸਕਦੇ ਹੋ ਤੁਸੀਂ। ਥੋੜ੍ਹੇ ਚੋਂ ਬਹੁਤਾ ਲੈਣਾ ਪ੍ਰੋਡਕਟ, ਇੱਕ ਤੇ ਤੁਹਾਡਾ ਖਰਚਾ ਮੈਨੇਜ ਹੋਏਗਾ, ਦੂਸਰਾ ਕਾਟਨ ਦਾ ਪ੍ਰੋਬਲਮ ਇਹ ਹੈਗਾ ਵਾ ਕਿ ਅਗਰ ਪਾਣੀ ਦੀ, ਕਿਉਂਕਿ ਹੁਣ ਤੇ ਸਾਡੇ ਕੋਲ ਸੀਜ਼ਨ ਹੈ ਵਾ ਕਿ ਅਸੀਂ ਬਿਜਾਈ ਕਰ ਦੇਣੀ ਹੈ ਵਾ, ਜਦੋਂ ਫਰੂਟ ਲੈ ਜਾਂਦੀ ਹੈ ਔਰ ਇੰਤਹਾਈ ਗਰਮੀ ਦੇ ਵਿੱਚ ਆ ਕੇ ਅਗਰ ਸਾਨੂੰ ਅੱਛੀਆਂ ਬਾਰਿਸ਼ਾਂ ਨਾ ਮਿਲ ਸਕੀਆਂ, ਅੱਲਾਹ ਪਾਕ ਰਹਿਮਤ ਕਰੇ ਦਵੇ, ਅਗਰ ਅੱਛੀਆਂ ਬਾਰਿਸ਼ਾਂ ਨਾ ਮਿਲ ਸਕੀਆਂ, ਅਗਰ ਸਾਨੂੰ ਇੱਕ ਵੀ ਝਟਕਾ ਲੱਗ ਗਿਆ, ਪਾਣੀ ਇਹਦਾ ਫਰੂਟਿੰਗ ਦੇ ਉੱਤੇ ਆ ਕੇ ਥੋੜ੍ਹਾ ਜਿਹਾ ਡਿਲੇ ਹੋ ਜਾਵੇ, ਨਰਮਾ ਸਟੰਟ ਹੋ ਜਾਂਦਾ ਵਾ, ਨਰਮਾ ਰੁਕ ਜਾਂਦਾ ਵਾ, ਆਪਣੀ ਪੈਦਾਵਾਰ ਜਿਹੜੀ ਹੈਗੀ 21 ਦਿਨ ਤੇ ਪਾਣੀ ਗਿਆ ਨਹੀਂ ਗਾ, 4-5 ਮਣ ਪਿੱਛੇ ਲੈ ਜਾਂਦਾ ਵਾ। ਇਸ ਤੋਂ ਤੁਸੀਂ ਇਹਦੀ ਏਕੜਜ ਵਧਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਏਕੜ ਕਮ ਰੱਖੋ, ਲਿਮਟਡ ਰੱਖੋ, ਉਹੋ ਹੀ ਪਾਣੀ ਦੇ ਵਸਾਇਲ ਆਪਣੇ ਡੰਗਰਾਂ ਵਾਸਤੇ ਪੱਠਿਆਂ ਦੇ ਉੱਪਰ ਇਸਤੇਮਾਲ ਕਰਨੇ ਆ ਨੇ, ਤਾਂ ਕਿ ਪਾਣੀ ਦੀ ਸਾਨੂੰ ਕਮੀ ਨਾ ਆਵੇ। ਪਾਣੀ ਹੀ ਇਹਦੀ ਮੇਜਰ ਔਰ ਅਸਲ ਖੁਰਾਕ ਹੈ ਵਾ। 7 ਦਿਨ ਦਾ ਪਾਣੀ ਨਰਮੇ ਨੂੰ ਬਹੁਤ ਸ਼ਾਨਦਾਰ ਹੈ ਵਾ। 15 ਦੇ ਉੱਤੇ ਜਾਏਗਾ, ਥੋੜਾ ਜਿਹਾ ਡਿਲੇ ਕਰੇਗਾ, 21 ਦਿਨ ਤੇ ਜਾਏਗਾ ਤਾਂ ਸਟੰਟ ਹੋ ਜਾਏਗਾ। ਫਰੂਟਿੰਗ ਸਟੇਜ ਤੇ ਜਾ ਕੇ ਪਹਿਲੇ ਤਾਂ ਅਸੀਂ ਬੀਅਰ ਕਰ ਲਾਂਗੇ, ਬਰਦਾਸ਼ਤ ਕਰ ਲਾਂਗੇ ਸ਼ੁਰੂ ਦੇ ਵਿੱਚ, ਲਿਹਾਜ਼ਾ ਇਸ ਚੱਕਰ ਦੇ ਵਿੱਚ ਆਪਾਂ ਆਪਣੀ ਏਕੜ ਨਹੀਂ ਵਧਾਉਣੇ। ਏਕੜ ਬੇਸ਼ੱਕ ਆਪਾਂ ਘੱਟ ਕਰ ਲਈਏ, ਉਹਨਾਂ ਏਕੜਾਂ ਦੇ ਉੱਪਰ ਮਿਹਨਤ ਕਰਕੇ ਆਪਾਂ ਪੈਦਾਵਾਰ ਜ਼ਿਆਦਾ ਏਕੜਾਂ ਨਾਲੋਂ ਥੋੜ੍ਹੇ ਏਕੜਾਂ ਦੇ ਵਿੱਚੋਂ ਜ਼ਿਆਦਾ ਲੈਣ ਦੇ ਚਾਂਸਸ ਹੈ ਨੇ ਔਰ ਲੈ ਰਹੇ ਨੇ ਲੋਕ, ਉਹ ਜ਼ਿਆਦਾ ਅੱਛੀ ਆ ਵੀ ਰਹੀ ਹੈ। ਇੱਕ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਵਾ ਤੁਸੀਂ। ਦੂਸਰੇ ਨੰਬਰ ਦੇ ਉੱਪਰ ਵੈਰਾਈਟੀ ਜਿਹੜੀ ਹੈਗੀ ਹੈ ਨਾ ਜੀ, ਉਹ ਸਿਲੈਕਟ ਕਰਨੀ ਹੈ ਵਾ। ਇਹ ਫਾਰਮਲ ਮੀਟਿੰਗ ਤੋਂ ਹਟ ਕੇ ਆ ਵਾ ਜੀ, ਥੋੜ੍ਹੀਆਂ ਜਿਹੀਆਂ ਚੰਦ ਤੁਹਾਡੇ ਨਾਲ ਸ਼ੇਅਰਿੰਗ ਹੋਣਗੀਆਂ, ਹੋ ਸਕਦਾ ਤੁਹਾਡਾ ਵੀ ਫੀਡਬੈਕ ਸਾਨੂੰ ਮਿਲੇ ਇਸ ਹਵਾਲੇ ਨਾਲ। ਵੈਰਾਈਟੀ ਜਿਹੜੀ ਹੈ ਨਾ ਜੀ, ਉਹ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਮਾਰਕੀਟ 'ਚ ਨਰਮੇ ਦੀਆਂ। ਫਲਾਂ ਬੀਜ ਨਾਮ ਤੋਂ ਨੇ, ਫਲਾਂ ਬੀਜ ਤੋਂ ਨੇ, ਫਲਾਂ ਨਾਮ ਤੋਂ ਹੈ ਨੇ। ਸਾਡੇ ਇਲਾਕੇ ਨੂੰ ਜੋ ਸੂਟ ਕਰਦੀਆਂ ਵੈਰਾਈਟੀ ਕਾਟਨ ਦੀ ਕਿਵੇਂ ਡਿਵੈਲਪ ਹੁੰਦੀ ਹੈ ਵਾ, ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲੀ ਸਾਡੀ ਇੰਡੀਅਨ ਕਾਟਨ ਜਿਹਨੂੰ ਕਹਿੰਦੇ ਸੀਗੇ ਦੇਸੀ ਕਾਟਨ ਹੈ ਵਾ, ਉਹ ਅੱਜ ਤੋਂ 25-30 ਸਾਲ ਪਹਿਲੇ ਖਤਮ ਹੋ ਗਈ, ਸਮਝ ਲਓ ਬਹੁਤ ਘੱਟ ਰਹਿ ਗਈ। ਉਸ ਤੋਂ ਬਾਅਦ ਅਮਰੀਕਨ ਕਾਟਨ ਆ ਗਈ, ਜਿਹਦੇ ਵਿੱਚ ਕ੍ਰਿਸ਼ਮਾ 96, 76 ਦੂਸਰੇ ਬੀਜ ਆ ਗਏ। ਸੁੰਡੀ ਬਹੁਤ ਪੈਂਦੀ ਸੀਗੀ ਲੇਕਿਨ ਟਿੰਡਾ ਜ਼ਿਆਦਾ ਲੈਂਦੀ ਸੀਗੀ। ਕਾਟਨ ਦਾ ਖੜਾ ਦੂਸਰਾ ਸੀਗਾ, ਦੇਸੀ ਨਾਲੋਂ ਮੁਖਤਲਿਫ ਸੀ, ਇਹਨੂੰ ਅਮਰੀਕਨ ਕਾਟਨ ਕਿਹਾ ਜਾਂਦਾ ਸੀ। ਅਮਰੀਕਨ ਕਾਟਨ ਦੇ ਵਿੱਚ ਵੀ ਬੜਾ ਅੱਛੀ ਪਰਫਾਰਮੈਂਸ ਰਹੀ ਹੈ। ਲੋਕਾਂ ਨੇ ਅੱਜ ਤੋਂ 20-20 ਸਾਲ ਪਹਿਲੇ ਵੀ 40-40 ਮਣ 35-35 ਮਣ ਐਵਰੇਜ ਲਈ ਹੈ ਵਾ। ਲੇਕਿਨ ਉਹਦਾ ਪ੍ਰੋਬਲਮ ਇਹ ਸੀ ਕਿ ਉਹ ਬੂਟਾ ਪਹਿਲੇ ਬਣਾਉਂਦਾ ਸੀ ਕਨੋਪੀ, ਪਾਣੀ ਲਾਈ ਜਾਓ, ਵਾਹੀ ਜਾਓ। ਪਹਿਲੇ ਉਹ ਆਪਣਾ ਛੱਤਰਾ ਬਣਾਉਂਦਾ ਸੀਗਾ, ਫਿਰ ਫਰੂਟਿੰਗ ਲੈਂਦਾ ਸੀਗਾ। ਉਹ ਐਂਡ ਦੇ ਉੱਪਰ ਜਿਹੜੀ ਫਰੂਟਿੰਗ ਆਉਂਦੀ ਸੀ ਨਾ ਜੀ, ਉਹ ਅਗਰ ਤਾਂ ਸੁੰਡੀ ਦੀ ਨਜ਼ਰ ਹੋ ਜਾਵੇ, ਬਾਰਿਸ਼ਾਂ ਹੋ ਜਾਣ, ਫਿਰ ਸੁੰਡੀ ਦੀ ਨਜ਼ਰ ਹੋ ਜਾਂਦੀ ਸੀ। ਐਵਰੇਜ ਬਹੁਤ ਘੱਟ। ਜੇ ਸਾਲ ਦੇ ਵਿੱਚ ਬਾਰਿਸ਼ ਘੱਟ ਹੁੰਦੀ ਸੀ, ਖੁਸ਼ਕਾ ਮਿਲਦਾ ਸੀਗਾ, ਬੜੀ ਅੱਛੀ ਐਵਰੇਜ ਆ ਜਾਂਦੀ ਸੀ। ਸੁੰਡੀ ਤੋਂ ਬਚਣ ਵਾਸਤੇ ਫਿਰ ਆ ਗਿਆ ਅਗਲਾ ਫੇਜ਼, ਅੱਜ ਤੋਂ 6-7 ਸਾਲ ਪਹਿਲੇ BT ਕਾਟਨ ਦਾ। ਉਸੇ ਅਮਰੀਕਨ ਕਾਟਨ ਦੇ ਵਿੱਚ ਸਾਇੰਸ ਨੇ ਬੈਸੂਲਸ ਥਿਊਰੀਜੈਂਸਿਸ ਜੀਨ ਸ਼ਾਮਲ ਕਰ ਦਿੱਤਾ। ਉਹ ਸੁੰਡੀ ਦੇ ਖਿਲਾਫ ਮੁਦਾਫਤ ਕਰਦਾ ਸੀਗਾ। ਸੁੰਡੀ ਜਦੋਂ ਆਉਂਦੀ ਸੀਗੀ, ਉਹਨੂੰ ਤਾਂ ਨਹੀਂ ਪਤਾ ਉਹਨੇ BT ਹੈ ਨਾਨ BT ਹੈ ਵਾ ਕੀ ਚੀਜ਼ ਅਮਰੀਕਨ ਕਾਟਨ ਹੈ। ਸੁੰਡੀ ਨੇ ਆਉਣਾ ਵਾ, ਉਹਨੇ ਕਾਟਨ ਨੂੰ ਖਾਣਾ, ਲੇਕਿਨ ਉਹ ਬੈਸਿਲਸ ਥਿਊਰੀਜੈਂਸਿਸ BT ਜੀਨਸ ਜਿਹੜਾ ਸੀਗਾ, ਉਹ ਸੁੰਡੀ ਦੇ ਵਿੱਚ ਪ੍ਰੋਟੀਨ ਲੈਵਲ ਹਾਈ ਕਰ ਦਿੰਦਾ ਸੀਗਾ। ਸੁੰਡੀ ਆਟੋਮੈਟਿਕਲੀ ਮਰ ਜਾਂਦੀ ਸੀ। ਜਿਹਦੇ ਵਿੱਚ ਪਿਓਰ BT 121 ਆਇਆ ਸਾਡੇ ਕੋਲ, 802 ਆਇਆ। ਉਸ ਤੋਂ ਬਾਅਦ ਕੰਟੀਨਿਊਸ 3701 ਪਲੱਸ ਇੱਦਾਂ ਦੀਆਂ ਵੈਰਾਈਟੀਆਂ ਸਾਡੇ ਕੋਲ ਚੱਲਦੀਆਂ ਰਹੀਆਂ BT ਦੇ ਵਿੱਚ। BT ਤੋਂ ਬਾਅਦ ਹੁਣ ਇੱਕ ਨਵਾਂ ਵਰਜਨ ਆ ਚੁੱਕਿਆ ਹੈਗਾ ਵਾ, ਜਿਹਦੇ ਵਿੱਚ ਗੰਦ ਨੂੰ ਕਵਰ ਕਰਨ ਵਾਸਤੇ, ਜੜੀ ਬੂਟੀਆਂ ਨੂੰ ਕੰਟਰੋਲ ਕਰਨ ਵਾਸਤੇ ਕਾਟਨ 'ਤੇ ਕੰਮ ਹੋ ਰਿਹਾ ਵਾ ਕਿ ਐਸਾ ਸਪਰੇਅ ਹੋਵੇ ਜਿਹੜਾ ਕਿ ਫਲੱਡ ਟਾਈਪ ਇਹਦੇ ਉੱਤੇ ਸਪਰੇਅ ਹੋ ਜਾਵੇ, ਕਾਟਨ ਨੂੰ ਕੁਛ ਨਾ ਆਖੇ, ਵਿੱਚ ਜਿੰਨਾ ਵੀ ਉਹਦੇ ਵਿੱਚ ਸਵਾਂਕ ਹੈ ਵਾ, ਉਹਦੇ ਵਿੱਚ ਇੱਟ ਸਿੱਟ ਹੈ ਵਾ, ਉਹ 'ਚ ਜੋ ਵੀ ਘਾਹ ਉਗ ਰਹੇ ਹੈਗੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਖਤਮ ਹੋ ਜਾਣ ਔਰ ਕਾਟਨ ਬਚੀ ਰਹੇ।
मतलब फ्लैट स्प्रे, इस नूं कहंदे ने ट्रांसजीनिक वैरायटीज़। ये ट्रांसजीनिक वैरायटी जिहड़ियां पिछले साल तो इन होईयां ने, ये मुख्तलिफ नाम ने, CKC3 तो दे रहे हैं, CKC5 तो है वा, Z1 है, BS49 है, कुछ लोगों ने घर के नाम भी रखे हुए हैं, ठीक है जी। लेकिन ये सारियां वैरायटियां की जो तुसीं सिलैक्शन करनी हैगी है तो जी ट्रांसजीनिक वैरायटीज़ ने ना जी, इन्हां दी शैडिंग ज़्यादा वा, घेरा ज़्यादा है वा। BT दे विच कुछ वैरायटीज़ हैगियां ने जिहदे विच तुसीं अपने इलाके नूं चूज़ करना चाहिदा हैगा वा। आपां वैरायटी जदों भी लैनी है ना, ਉਹਦਾ ਲੀਫ ਸਾਈਜ਼, ਪੱਤੇ ਦਾ ਸਾਈਜ਼ ਜਿਹੜਾ ਵਾ ਨਾ ਉਹ ਪਤਾ ਕਰਨਾ ਵਾ, ਪੱਤੇ ਦਾ ਸਾਈਜ਼ ਕੈਸਾ ਹੈ। ਜਿਹੜੀ ਬੜੇ ਪੱਤੇ ਵਾਲੀਆਂ ਵੈਰਾਈਟੀਆਂ ਨੇ ਨਾ ਜੀ, ਉਹ ਆਪਣੇ ਇਲਾਕੇ ਦੇ ਵਿੱਚ ਕੰਮ ਕਾਮਯਾਬ, ਉਹਨਾਂ ਨੂੰ ਇੱਕ ਤਾਂ ਐਂਡ ਦੇ ਉੱਤੇ ਜਾ ਕੇ ਰਤੜਾ ਬਹੁਤ, ਬਲਾਈਟ ਬਹੁਤ ਜ਼ਿਆਦਾ ਪੈਂਦਾ ਹੈ ਵਾ, ਦੂਸਰੇ ਨੰਬਰ 'ਤੇ ਉਹਨਾਂ ਦੀ ਸ਼ੈਡਿੰਗ ਜ਼ਿਆਦਾ ਵਾ। ਛੋਟੇ ਲੀਫ ਸਾਈਜ਼ 'ਚ ਦਰਮਿਆਨੇ ਪੱਤੇ, ਦਰਮਿਆਨੇ ਸਾਈਜ਼ ਦੇ ਪੱਤੇ ਵਾਲੀ ਵੈਰਾਇਟੀ ਸਾਡੇ ਕੋਲ ਜ਼ਿਆਦਾ ਝਾੜ ਦੇ ਰਹੀ ਹੈ ਵਾ। ਉਹਦੀ ਵਜ੍ਹਾ ਹੈ ਵਾ ਕਿ ਪੱਤਾ ਜਿਹੜਾ ਹੁੰਦਾ ਵਾ ਜੀ, ਇਹਦੇ ਉੱਪਰ ਕੁਦਰਤ ਨੇ ਮਸਾਮ ਰੱਖੇ ਨੇ ਜਿੱਥੋਂ ਇਹ ਆਪਣੀ ਪਾਣੀ ਅਖਰਾਜ ਕਰਦਾ ਵਾ, ਪਾਣੀ ਦਾ ਅਖਰਾਜ ਕਰਦਾ, ਥੱਲੇ ਉਹਨੇ ਜੜ੍ਹਾਂ ਤੋਂ ਪਾਣੀ ਸੱਕ ਕਰਨਾ ਵਾ, ਚੂਸਣਾ ਹੈ ਵਾ। ਔਰ ਪੱਤੇ ਦੀ ਉੱਪਰਲੀ ਸਤ੍ਹਾ ਦੇ ਉੱਤੇ ਸਟੋਮੈਟਾ ਬਹੁਤ ਬਰੀਕ ਸਲਾਖ ਹੁੰਦੇ ਨੇ ਨੇਚਰ ਵਾਈਜ਼, ਜਿਹਦੇ ਵਿੱਚ ਉਹ ਪਾਰਟੀਕਲਸ ਛੱਡਦਾ ਹੈ ਵਾ ਵੈਪੋਰੇਸ਼ਨ ਦੇ ਪ੍ਰੋਸੈਸ ਨਾਲ, ਜਿਹਦੇ ਵਿੱਚ ਪਾਣੀ ਰਿਲੀਜ਼ ਕਰਦਾ ਵਾ, ਆਪਣਾ ਪਾਣੀ ਛੱਡਦਾ ਵਾ ਫਿਜ਼ਾ ਦੇ ਵਿੱਚ। ਜਦੋਂ ਤੁਸੀਂ ਇੱਕ ਵੱਡੇ ਪੱਤੇ ਵਾਲੀ ਵੈਰਾਇਟੀ ਲਓਗੇ, ਉਹਦੇ 10 ਪੱਤਿਆਂ ਦਾ ਲੀਫ ਸਾਈਜ਼ ਬਣੇਗਾ ਇੰਨਾ ਸਾਰਾ, ਸਮਝ ਲਓ ਕਿ ਉਹ ਇੰਨੇ ਏਰੀਆ ਦੇ ਵਿੱਚੋਂ ਪਾਣੀ ਦਾ ਵੈਪੋਰੇਸ਼ਨ ਹੋਣਾ। ਛੋਟੇ ਮੀਡੀਅਮ ਸਾਈਜ਼ ਦੀ ਤੁਸੀਂ ਵੈਰਾਇਟੀ ਲਓਗੇ, ਉਹਦਾ ਲੀਫ ਸਾਈਜ਼ ਹੋਏਗਾ ਇਹ ਇੰਨਾ 10 ਪੱਤਿਆਂ ਦਾ, ਉੱਥੋਂ ਵੈਪੋਰੇਸ਼ਨ ਹੋਏਗੀ। ਲਿਹਾਜ਼ਾ ਪਾਣੀ ਦੀ ਕਮੀ ਨੂੰ ਬਰਦਾਸ਼ਤ ਕਰਨ ਵਾਸਤੇ ਛੋਟੇ ਪੱਤੇ ਦੀ ਵੈਰਾਇਟੀ ਜਿਹੜੀ ਹੈ ਸਾਡੇ ਜ਼ਿਆਦਾ ਬਿਹੇਵ ਕਰਦੀ, ਉਹ ਸਾਡੇ ਪਾਣੀ ਦਾ ਅਖਰਾਜ ਬਹੁਤ ਜ਼ਿਆਦਾ ਦੱਖਣ ਚੱਲਦਾ ਹੈ, ਡੈਸੀਕੇਟ ਕਰਦਾ ਵਾ। ਡੈਸੀਕੇਟ ਜਦੋਂ ਵੀ ਕਰਦਾ ਹੈ ਵਾ, ਪੌਦੇ ਨੂੰ ਕਮਲਾਉਣਾ ਪੈਂਦਾ ਹੈ। ਛੋਟੇ ਪੱਤੇ ਦੀ ਵੈਰਾਇਟੀ ਕਮਲਾਏਗੀ ਨਹੀਂ। ਔਰ ਬੇਸਿਕਲੀ ਸਫੈਦ ਮੱਖੀ ਔਰ ਨਰਮਾ ਕਾਲੇ ਹੋਣ ਦਾ ਤਲਕ ਵੀ ਪੌਦੇ ਦੇ ਕਮਲਾਉਣ ਨਾਲ ਹੈ ਵਾ, ਸਫੈਦ ਮੱਖੀ ਦੇ ਨਾਲ ਬਿਮਾਰੀ ਨਾਲ ਨਹੀਂ ਹੈ। ਇਹ ਟੈਕਨੀਕਲ ਗੱਲ ਤੁਹਾਨੂੰ ਦੱਸ ਰਿਹਾ ਵਾ। ਲੀਫ ਸਾਈਜ਼ ਛੋਟੇ ਵਾਲੀ ਵੈਰਾਇਟੀ ਜਦੋਂ ਵੀ ਆਪਣੇ ਰਿਸ਼ਤੇਦਾਰਾਂ ਕੋਲ ਵੈਰਾਇਟੀ ਬਾਹਰੋਂ ਮਿਲ ਰਹੀ ਹੋਵੇ ਸ਼ਾਪ 'ਤੇ, ਲੀਫ ਸਾਈਜ਼ ਪਤਾ ਕਰੋ। ਵੱਡੇ ਪੱਤੇ ਦੇ ਵਿੱਚ ਹੈ ਵਾ ਉਹ ਤੋਂ ਅਵਾਇਡ ਕਰੋ। ਛੋਟੇ ਪੱਤੇ ਦੀ ਵੈਰਾਇਟੀ ਆਪਣੇ ਝਾੜ ਜ਼ਿਆਦਾ ਦਿੰਦੀ ਹੈ ਵਾ ਔਰ ਬੜੀ ਅੱਛੀ ਪਿਕ ਦਿੰਦੀ ਹੈ ਵਾ, ਉਹਦੇ ਉੱਪਰ ਰਹੋ, ਕਿਉਂਕਿ ਆਪਣੇ ਕੋਲ ਪਾਣੀ ਦੀ ਕਮੀ ਹੈ ਵਾ ਆਪਣੇ ਇਲਾਕੇ ਦੇ ਵਿੱਚ। ਇਹ ਸੀ ਜੀ ਇੱਕ ਟੈਕਨੀਕਲ ਚੀਜ਼ ਜਿਹੜੀ ਸੀ, ਆਪਾਂ ਇਹਦਾ ਖਿਆਲ ਰੱਖਣਾ ਵੈਰਾਇਟੀ ਦੀ ਸਿਲੈਕਸ਼ਨ ਦੇ ਉੱਪਰ। ਦੂਸਰੇ ਨੰਬਰ ਦੇ ਉੱਪਰ ਜ਼ਿਮੀਦਾਰ ਆਪਣੀ ਇੱਕ ਪ੍ਰੈਕਟਿਸ ਹੈ ਵਾ ਜਿਹਦੇ ਨਾਲ 1.5 ਮਣ 2 ਮਣ ਦਾ ਇਜ਼ਾਫਾ ਕਰ ਸਕਦਾ ਹੈ ਵਾ। ਉਹ ਹੈਗਾ ਵਾ 17 ਤੋਂ 18,000 ਤੋਂ ਲੈ ਕੇ 20,000 ਪੌਦਾ ਪੂਰਾ ਕਰਨਾ। ਅਸੀਂ ਡਰਿਲ ਸੋਇੰਗ ਕਰਦੇ ਹੈਗੇ ਆ, ਉਹਦੇ ਵਿੱਚ ਬਾਜ਼ ਕਾਤ 18,000 ਪੌਦਾ ਹੁੰਦਾ ਵਾ, ਲੇਕਿਨ ਕਿਤੇ ਪਾੜੇ ਨੇ, ਕਿਤੇ ਬੂਟੇ ਇਕੱਠੇ ਨੇ। ਪਾੜਿਆ ਜਿਹੜਾ ਵਾ ਉੱਥੇ ਨੁਕਸਾਨ ਹੈਗਾ ਕਿ ਪਲਾਂਟ ਹੈ ਹੀ ਨਹੀਂ। ਜਿਹੜੇ 3 ਤੋਂ 4 ਪਲਾਂਟ ਇਕੱਠੇ ਆ ਜਾਂਦੇ ਨੇ 6-6 ਇੰਚ ਦੇ ਦਰਮਿਆਨ ਦੇ ਵਿੱਚ, ਉਹਦੇ ਵਿੱਚੋਂ 2 ਬੂਟੇ ਅਗਰ ਫੁੱਟ ਦੇ ਦਰਮਿਆਨ ਦੇ ਵਿੱਚ ਨਰਮੇ 'ਚ ਆ ਜਾਣ, ਸਾਡੀ ਸਾਇੰਸ ਦੇ ਮੁਤਾਬਕ ਕਾਟਨ ਦੇ ਪੂਰੇ ਬੂਟੇ ਦੇ ਮੁਤਾਬਕ ਉਹ ਕੰਪੀਟੀਟਰ ਪਲਾਂਟ ਸ਼ਰੀਕੇ ਦਾ ਬੂਟਾ ਹੋ ਸਕਦਾ ਵਾ, ਉਹ ਫਾਇਦਾ ਨਹੀਂ ਦੇਵੇਗਾ, ਆਪ ਉਹ ਕੁਛ ਨਹੀਂ ਕਰੇਗਾ। ਜਿਹੜਾ ਮੇਨ ਪਲਾਂਟ ਦੂਸਰਾ ਉਹਦੇ ਨਾਲ ਜ਼ਿਆਦਾ ਉੱਠਿਆ ਹੋਏਗਾ, ਉਹਦੀ ਵੀ ਫਰੂਟਿੰਗ ਨੂੰ ਕੰਮ ਕਰ ਦੇਗਾ। ਯੂਨੀਫਾਰਮ ਯਕਸਾ ਕਿਸਮ ਦਾ ਤਨਾਸਬ ਜਿਹੜਾ ਵਾ ਨਾ ਉਹ ਜ਼ਰੂਰੀ ਹੈ ਵਾ। 9 ਇੰਚ ਤੋਂ ਲੈ ਕੇ 1 ਫੁੱਟ ਤੱਕ, 1.25 ਫੁੱਟ ਤੱਕ ਵੈਰਾਇਟੀ ਦੇ ਮੁਤਾਬਕ ਯਕਸਾ ਫਾਸਲਾ ਜ਼ਰੂਰੀ ਹੈ ਵਾ, ਜਿਹੜਾ ਕਿ ਮੁਮਕਿਨ ਹੈਗਾ ਵਾ। ਜਿਹੜਾ ਹੱਥ ਦੇ ਨਾਲ ਚੋਪਾ ਲਵਾਇਆ ਜਾਂਦਾ ਉਹਦੇ ਨਾਲ ਬਹੁਤ ਜ਼ਿਆਦਾ ਮੁਮਕਿਨ ਹੈ ਵਾ। ਅਗਰ ਤੁਸੀਂ ਪਲਾਂਟਰ ਵੀ ਕਰਨਾ ਹੈਗਾ ਵਾ ਤੇ ਅਗਰ ਡਰਿਲ ਵੀ ਕਰਨਾ ਹੈ ਵਾ, ਉਹਦੀ ਛਦਰਾਈ ਜਿਹੜੀ ਹੈਗੀ ਉਹ 2 ਪਹਿਲੇ ਮਰਲਿਆਂ ਦੇ ਵਿੱਚ ਕਰੋ। ਇੱਕ ਸਿੰਗਲ ਛਦਰਾਈ ਨਾ ਕਰੋ ਲੇਟ ਲਿਜਾ ਕੇ, ਉਹਦੀ ਛਦਰਾਈ ਜਿਹੜੀ 2 ਮਰਲਿਆਂ ਦੇ ਵਿੱਚ ਕਰੋ। ਇੱਕ ਜਦੋਂ ਸੀਡਲਿੰਗ ਨਿਕਲ ਆਉਂਦੀ ਹੈਗੀ ਇਹ ਪੌਦਾ ਜਿਹੜਾ ਹੈਗਾ ਵਾ 4 ਤੋਂ 5 ਇੰਚ ਦਾ ਆ ਜਾਂਦਾ ਵਾ, ਤੇ ਕਮਜ਼ੋਰ ਪੌਦੇ ਸਾਰੇ ਕੱਢ ਦਿਓ। ਉਸ ਤੋਂ ਬਾਅਦ ਦੇਖੋ ਖੁਸ਼ਕਾ ਹੁੰਦਾ ਵਾ, ਦੱਖਣ ਚੱਲ ਜਾਂਦੇ ਨੇ, ਬਾਜ਼ ਕਿੱਲਿਆਂ 'ਚ ਸੇਕ ਪੈ ਜਾਂਦੀ ਹੈ ਵਾ, ਉਹਦੀ ਵਜ੍ਹਾ ਤੋਂ ਬਾਅਦ ਜਗ੍ਹਾ 'ਤੇ ਖੇੜਾ ਪੈ ਜਾਂਦਾ ਹੈ ਵਾ, ਕੋਈ ਪ੍ਰੋਬਲਮ ਆਉਂਦੇ ਨੇ ਜਿਹਦੇ ਵਿੱਚ ਬੂਟਿਆਂ ਦੀ ਤਾਦਾਦ ਹੋਰ ਵੀ ਕੰਮ ਹੋਣ ਦਾ ਚਾਂਸ ਹੁੰਦਾ ਵਾ। ਫਿਰ ਤੁਸੀਂ ਸੈਕਿੰਡ ਜਦੋਂ ਜਾਂਦੇ ਹੈਗੇ ਹੋ ਤਾਂ ਤੁਸੀਂ ਤਕਰੀਬਨ 1.5 ਫੁੱਟ ਤੋਂ ਥੱਲੇ 1.25 ਫੁੱਟ 1.5 ਫੁੱਟ ਦੇ ਦਰਮਿਆਨ ਦੇ ਵਿੱਚ ਪੌਦਿਆਂ ਦੀ ਦੂਸਰੀ ਜਿਹੜੀ ਹੈਗੀ ਹੈ ਸੌਰਟਿੰਗ ਕਰਨੀ ਹੈ ਵਾ। ਉਹਦੇ ਨਾਲ ਤੁਹਾਡੀ ਯੂਨੀਫਾਰਮਿਟੀ ਆਏਗੀ, ਯਕਸਾ ਤਨਾਸਬ ਦੇ ਨਾਲ ਪੌਦੇ ਆਉਣਗੇ। ਔਰ 9 ਇੰਚ ਦੇ ਦਰਮਿਆਨ ਦੇ ਵਿੱਚ ਪੌਦਾ ਨਹੀਂ ਰੱਖਣਾ ਤੁਸੀਂ ਕਿਸੇ ਵੀ ਸੂਰਤ। ਔਰ ਲੇਟ ਜਾ ਕੇ ਅਗਰ ਤੁਸੀਂ ਛਦਰਾਈ ਕਰਦੇ ਹੈਗੇ ਹੋ, ਇੱਥੇ ਜਾ ਕੇ ਇੱਕ ਦਿਲ ਨਹੀਂ ਕਰ ਰਿਹਾ ਹੁੰਦਾ, ਹਿੱਸੇਦਾਰ ਨੂੰ ਕਹਿ ਕੇ ਉਹ ਕਰਦਾ ਨਹੀਂ ਹੈਗਾ, ਠੀਕ ਹੈ ਨਾ। ਔਰ ਜ਼ਿਮੀਦਾਰ ਤਾਂ ਖੁਦ ਵੀ ਨਹੀਂ ਪੱਟਣ ਨੂੰ ਦੇ ਫੁੱਲ ਆ ਜਾਂਦੇ ਨੇ। ਇੱਕ ਤਾਂ ਪਹਿਲੀ ਗੱਲ ਹੈ ਕਿ ਉਹ ਦੂਸਰੀ ਜਿਹੜੀ ਕੰਪੀਟੀਟਿਵ ਫਲਾਸ ਜਿਹੜੀ ਅਸੀਂ ਖਰਾਬ ਰੱਖਣਾ ਚਾਹੁੰਦੇ ਸੀਗੇ ਨਾ, ਉਹਨਾਂ ਦਾ ਖੁਰਾਕ ਪਾਣੀ ਦਾ ਹਿੱਸਾ ਉਹ ਲੈ ਚੁੱਕਿਆ ਵਾ ਜਦੋਂ ਅਸੀਂ ਪੱਟਣ ਲੱਗੇ ਆ ਵਾ। ਦੂਸਰੇ ਨੰਬਰ 'ਤੇ ਇਹ ਹੁੰਦਾ ਵਾ ਕਿ ਉਦੋਂ ਜੜ੍ਹ ਇਸ ਲੈਵਲ 'ਤੇ ਪਹੁੰਚ ਜਾਂਦੀ ਕਿ ਜਦੋਂ ਅਸੀਂ ਇਹਨੂੰ ਅਪਰੂਟ ਕਰਦੇ ਆ, ਇਹਦੀ ਜੜ੍ਹ ਨੂੰ ਇੱਕ ਦਫਾ ਹਵਾ ਦਾ ਹਲਕਾ ਝੌਂਕਾ ਮਿਲ ਜਾਵੇ, ਜਿਹੜਾ ਐਂਡ ਦੇ ਉੱਪਰ ਰਤੜਾ ਪੈਂਦਾ ਹੈ,
ਬਲਾਈਟ ਪੈਂਦੀ ਹੈ ਵਾ, ਸੋਕਾ ਜਿਹਾ ਆ ਜਾਂਦਾ ਵਾ, ਬਿਮਾਰੀ ਉਹ ਜ਼ਿਆਦਾ ਪੈਣ ਦੇ ਚਾਂਸਸ ਹੈਗੇ ਨੇ ਅਗਰ ਲੇਟ ਛਿਦਰਾਈ ਕਰੋਗੇ। ਤੁਸੀਂ ਆਪਣੀ ਛਿਦਰਾਈ ਨੂੰ 2 ਮਰਹਲਿਆਂ ਦੇ ਵਿੱਚ ਕਰੋ ਔਰ ਸ਼ੁਰੂ ਦੇ ਵਿੱਚ ਕਰੋ, ਸਟਾਰਟ ਦੇ ਵਿੱਚ ਕਰ ਜਾਓਗੇ, ਉਹਦੇ ਨਾਲ ਤੁਹਾਡੀ ਫਸਲ ਜਿਹੜੀ ਹੈਗੀ 1, 1.5, 2 ਮਣ ਦਾ ਇਜ਼ਾਫਾ ਹਰ ਫਸਲ ਦੇ ਉੱਪਰ ਆ ਸਕਦਾ ਅਗਰ ਅਸੀਂ ਪ੍ਰੈਕਟਿਸ ਕਰਦੇ ਹਾਂ। ਇਹ ਸੀ ਜੀ ਇੱਕ ਇਨਫਾਰਮਲ ਜੀ ਗੱਲ। ਦੂਸਰੇ ਤੀਸਰੇ ਨੰਬਰ ਦੇ ਉੱਪਰ ਗੱਲ ਹੈਗੀ ਹੈ ਕਿ ਸਾਡੇ ਇੱਕ ਪ੍ਰੈਕਟਿਸ ਹੈਗੀ ਹੈ ਕਿ ਖੇਲਾਂ ਦੀ ਕਾਸ਼ ਸਾਡੇ ਇਲਾਕੇ ਦੇ ਵਿੱਚ ਬਤਦਰੀਜ ਵੱਧ ਰਹੀ ਹੈ ਵਾ, ਔਰ ਬੜੀ ਅੱਛੀ ਚੀਜ਼ ਹੈ ਵਾ। ਪਾਣੀ ਦਾ ਦੌਰਾਨੀਆ ਜਿਹੜਾ ਹੈਗਾ 7 ਦਿਨ ਬਾਅਦ ਮਿਲਦਾ, ਅਗਰ ਜੇ ਥੋੜਾ ਪਾਣੀ ਮਿਲਦਾ ਔਰ ਨਰਮੇ ਨੂੰ ਥੋੜਾ ਪਾਣੀ ਮਿਲ ਜਾਏ ਲੇਕਿਨ 7 ਦਿਨ ਦੇ ਵਕਫੇ ਨਾਲ ਮਿਲ ਜਾਵੇ, ਉਹਦੀ ਸਪੀਡ, ਉਹਦੀ ਫਰੂਟਿੰਗ ਜ਼ਿਆਦਾ ਹੁੰਦੀ ਹੈ ਵਾ। ਬਾਜ਼ਕਾਤ ਲੋਕ ਕਹਿੰਦੇ ਹੈਗੇ ਨੇ ਕਿ ਵਹਾਈ ਬਹੁਤ ਹੀ ਅੱਛੀ ਚੀਜ਼ ਹੈ ਵਾ, ਵਹਾਈ ਅੱਛੀ ਚੀਜ਼ ਹੈ ਗੰਦ ਨੂੰ ਕਵਰ ਕਰਨ ਵਾਸਤੇ। ਵੈਸੇ ਨਰਮੇ ਨੂੰ ਵਹਾਈ ਦੇ ਨਾਲ ਕੋਈ ਤਾਲੁਕ ਨਹੀਂ ਹੈ, ਠੀਕ ਹੈ ਜੀ। ਇਹ ਮਤਲਬ ਆਪਣਾ ਕਨਸੈਪਟ ਬਣਿਆ ਵਾ ਕਿ ਵਾਹੁਣ ਦੇ ਨਾਲ ਨਰਮਾ ਜ਼ਿਆਦਾ ਵਾਹੁਣਾ ਇਸ ਤੋਂ ਚਾਹੁੰਦਾ ਕਿ ਜਦੋਂ ਪਾਣੀ ਲਾਈਦਾ ਵਾ ਤਾਂ ਪਾਣੀ ਜ਼ਿਆਦਾ ਜਜ਼ਬ ਕਰ ਲੈਂਦਾ ਵਾ, ਉਹਦੀ ਵਜ੍ਹਾ ਤੋਂ ਇੱਕ ਇੰਪੈਕਟ ਆਉਂਦਾ ਵਾ। ਵੈਸੇ ਵਹਾਈ ਦਾ ਤਲਕ ਪੌਦੇ ਦੀ ਗਰੋਥ ਦੇ ਨਾਲ ਕੋਈ ਇੰਨਾ ਜ਼ਿਆਦਾ ਨਹੀਂ ਹੈ, ਬਲਕਿ ਇਹ ਬਾਜ਼ਕਾਤ ਸਾਡੇ ਪ੍ਰੈਕਟਿਸ ਇਹ ਆ ਵਾ ਕਿ ਕਈ ਲੋਕ ਇਹ ਗਲਤੀ ਕਰਦੇ ਹੋਣਗੇ ਕਿ ਨਰਮੇ ਨੂੰ ਵਾਹ ਕੇ ਬਹੁਤ ਦੇਰ ਵਾਸਤੇ ਖੁੱਲ੍ਹਾ ਨਹੀਂ ਛੱਡਣਾ, ਔਰ ਖ਼ਾਸ ਤੌਰ 'ਤੇ ਜਦੋਂ ਉਹਦੇ ਨਾਲ 8 ਤੋਂ 10 ਟਿੰਡੇ ਆ ਜਾਣ, 8 ਤੋਂ 10 ਟਿੰਡੇ ਆ ਜਾਣ ਤਾਂ ਨਰਮੇ ਦੀ ਵਹਾਈ ਤਕਰੀਬਨ ਕੋਸ਼ਿਸ਼ ਕਰੋ ਕਿ ਅਵਾਇਡ ਕਰੋ। ਅਗਰ ਗੰਦ ਦੀ ਵਜ੍ਹਾ ਤੋਂ ਮਜਬੂਰਨ ਕਰਨੀ ਪੈ ਰਹੀ ਹੈ, ਉਹਦੇ ਵੱਤਰ ਨੂੰ ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ ਵਾਹ ਕੇ ਤੇ 10 ਤੋਂ 15 ਦਿਨ ਵਾਸਤੇ ਤੁਸੀਂ ਖੁੱਲ੍ਹਾ ਛੱਡ ਦਿਓ, ਕਿਉਂਕਿ ਜਦੋਂ ਦੱਖਣ ਚੱਲਣਾ, ਹਵਾ ਚੱਲਣੀ, ਉਹਨੇ ਮੋਇਸਚਰ ਜ਼ਮੀਨ ਦਾ ਚੁੱਕ ਲੈਣਾ ਵਾ। ਜਿੰਨਾ ਉਹਨੇ ਮੋਇਸਚਰ ਚੁੱਕਣਾ ਹੈਗਾ ਵਾ ਨਾ, ਉਹਦੀ ਵਜ੍ਹਾ ਤੋਂ ਅਗਰ ਤੁਹਾਡਾ ਪੌਦਾ ਵਿਲਟ ਹੋ ਜਾਂਦਾ ਵਾ, ਕਮਲਾ ਜਾਂਦਾ ਵਾ ਦਿਨ ਦੇ ਟਾਈਮ ਦੇ ਉੱਪਰ, ਤੁਸੀਂ ਫਿਰ ਰਿਵਰਸ ਹੋ ਜਾਏਗਾ, ਤੁਹਾਡਾ ਰੁਕ ਜਾਏਗਾ। ਇੱਕ ਦਫਾ ਨਰਮੇ ਨੂੰ ਦੁਬਾਰਾ ਚਲਾਉਣ ਵਾਸਤੇ ਜ਼ਿਆਦਾ ਖਾਦ ਦੇਣੀ ਪਏਗੀ, ਜ਼ਿਆਦਾ ਖੁਰਾਕ ਦੇਣੀ ਪਏਗੀ, ਔਰ ਜ਼ਿਆਦਾ ਵਾਹੁਣ ਦੀ ਵਜ੍ਹਾ ਤੋਂ ਵੀ ਰਤੜਾ ਜ਼ਿਆਦਾ ਆਉਂਦਾ ਹੈ ਵਾ, ਠੀਕ ਹੈ ਜੀ। ਵਹਾਈ ਤੁਸੀਂ ਜਦੋਂ ਵੀ ਕਰਨੀ ਹੈਗੀ ਹੈ ਤਾਂ ਸਿਰਫ ਗੰਦ ਦੇ ਪਰਪਸ ਵਾਸਤੇ ਕਰਨੀ ਹੈ ਵਾ। ਐਕਸਟਰਾ ਵਹਾਈਆਂ ਜਿਹੜੀਆਂ ਤਕਰੀਬਨ ਕਲੋਜ਼ ਕਰ ਦਿਓ, ਖੇੜਾ ਵਾਹੁਣ ਦਾ ਕੋਈ ਤੁੱਕ ਨਹੀਂ ਹੁੰਦਾ ਅਗਰ ਗੰਦ ਕਵਰ ਕਰ ਗਏ ਹੋ ਤੁਸੀਂ। ਅਗਰ ਤੁਸੀਂ ਗੰਦ ਉਹਦੀ ਜੜੀ ਬੂਟੀਆਂ ਮਾਰ ਗਏ ਹੈਗੇ ਹੋ, ਫਿਰ ਤੁਹਾਨੂੰ ਖੇੜਾ ਵਾਹੁਣ ਦਾ ਉਸ ਕਨਸੈਪਟ 'ਚ ਨਾ ਜਾਓ। 7 ਦਿਨ ਤੇ ਉਹਨੂੰ ਪਾਣੀ ਪਾਈ ਰੱਖੋ, ਉਹਨੂੰ 20 ਮਿੰਟ ਪਾਣੀ ਪੈਣਾ ਹੈ ਵਾ। ਤੁਸੀਂ ਉਹਨੂੰ ਵਹਾ ਕੇ 15 ਦਿਨ ਤੇ ਲਿਜਾ ਕੇ ਅਗਰ ਤੁਸੀਂ ਉਹਨੂੰ ਪਾਣੀ 40 ਮਿੰਟ ਪਾਉਣਾ ਹੈਗਾ ਵਾ, ਨੁਕਸਾਨ ਦੇਵੇਗਾ, ਉਹ ਨੁਕਸਾਨ ਦੇਵੇਗਾ, ਉਹ ਫਸਲ ਨੂੰ ਮੁਤਾਸਰ ਕਰੇਗਾ। ਇਹ ਇੱਕ ਟੈਕਨੀਕਲ ਚੀਜ਼ ਸੀਗੀ ਜਿਹੜੀ ਚਲੋ ਤੁਹਾਡੇ ਨਾਲ ਮੁਸ਼ਾਵਰਤ ਹੋ ਗਈ ਇਸ ਚੀਜ਼ ਦੀ। ਦੂਸਰਾ ਜੀ ਇਸ ਤੋਂ ਅੱਗੇ ਆਉਂਦੇ ਆ ਵਾ ਕਿ ਨਰਮੇ ਦੇ ਵਾਸਤੇ ਅਗਰ ਅਸੀਂ ਬੀਟੀ ਵੈਰਾਈਟੀਜ਼ ਲਾਉਣਾ ਚਾਹੁੰਦੇ ਆ ਵਾ, 20 ਮਣ ਪੈਦਾਵਾਰ ਵੀ ਅਸੀਂ 30 ਮਣ ਤੋਂ ਪਲੱਸ ਜਾਣਾ ਚਾਹੁੰਦੇ ਆ ਵਾ, ਤੇ ਬੀਟੀ ਦੇ ਉੱਪਰ ਜਿੰਨਾ ਫਲ ਆਉਂਦਾ ਵਾ ਉਨੀ ਹੀ ਇਹਨੂੰ ਖੁਰਾਕ ਜ਼ਿਆਦਾ ਚਾਹੀਦੀ ਹੈ। ਇਹਦਾ ਡਾਇਰੈਕਟਲੀ ਤਾਲੁਕ ਫਿਰ ਖੁਰਾਕ ਦੇ ਨਾਲ ਹੈ। ਜਿੰਨੀ ਤੁਸੀਂ ਇਹਦੀ ਸੇਵਾਦਾਰੀ ਅੱਛੀ ਕਰੋਗੇ, ਜਿੰਨੀ ਇਹਦੀ ਖੁਰਾਕ ਸਾਜ਼ੀ ਅੱਛੀ ਕਰੋਗੇ, ਉਨਾ ਹੀ ਫਸਲ ਦੇ ਉੱਪਰ ਅਸਰਾਤ ਅੱਛੇ ਹੁੰਦੇ। ਨਰਮਾ ਜਿਹੜਾ ਵਾ ਮੈਂ 2 ਸਾਲ ਤੋਂ ਦੇਖ ਰਿਹਾ ਵਾਂ ਕਿ ਹੁਣ ਇਹਦੀ ਗੇਮ ਆ ਚੁੱਕੀ ਹੈਗੀ ਆ ਪਹਿਲੀ ਚੁਨਾਈ ਤੇ। ਤੁਸੀਂ ਵੀ ਦੇਖਿਆ ਹੋਵੇਗਾ ਕਿ ਪਹਿਲੀ ਚੁਨਾਈ ਪਿਛਲੇ ਸਾਲ 'ਚ ਲੋਕਾਂ ਨੇ ਭਰਪੂਰ ਲਈ ਆ ਵਾ। 12 ਮਣ ਤੋਂ ਲੈ ਕੇ 18-20 ਮਣ ਤੱਕ ਪਹਿਲੀਆਂ ਚੁਨਾਈਆਂ ਗਈਆਂ ਨੇ। ਦੂਸਰੀ ਚੁਨਾਈ ਜਿਹੜੀ ਹੈਗੀ ਆ ਉਹ ਸਾਡੀ ਬੜੀ ਸ਼ਾਰਟ ਰਹਿੰਦੀ ਹੈ। ਤੀਸਰੀ ਚੁਨਾਈ ਸਾਡੇ ਕੋਲ ਆਉਂਦੀ ਨਹੀਂ ਹੈਗੀ ਕਿਉਂਕਿ ਬਿਮਾਰੀ ਪੈਣ ਦੇ ਨਾਲ ਉਹਦਾ ਵਜ਼ਨ ਹੀ ਨਹੀਂ ਬਣ ਰਿਹਾ। ਸੁੰਡੀ ਵੀ ਉਸ ਟਾਈਮ ਦੇ ਉੱਤੇ ਹਮਲਾ ਕਰ ਜਾਂਦੀ ਹੈਗੀ। ਉਹ ਚੁਨਾਈਆਂ ਸਾਡੀਆਂ ਬਹੁਤ ਮਾਠੀਆਂ ਰਹੀਆਂ ਨੇ ਪਿਛਲੇ 2 ਸਾਲਾਂ ਦੇ ਵਿੱਚ ਹੀ। ਅੱਛਾ, ਜਦੋਂ ਹੁਣ ਪਹਿਲੀ ਚੁਨਾਈ ਦੇ ਉੱਪਰ ਬੀਟੀ ਦੀ ਗੇਮ ਆ ਗਈ ਹੈਗੀ ਹੈ ਤਾਂ 40 ਦਿਨ ਤੋਂ ਆਪਣੀ ਲਾਉਣ ਤੋਂ ਬਾਅਦ ਇਹ ਆਪਣਾ ਫੁੱਲ ਲੈਣਾ ਸ਼ੁਰੂ ਕਰ ਦਿੰਦਾ ਹੈ। 40 ਦਿਨ ਤੋਂ ਲੈ ਕੇ 80 ਦਿਨ ਦੇ ਦਰਮਿਆਨ ਦੇ ਵਿੱਚ ਇਹਦੇ ਉੱਪਰ ਕਮ ਸੇ ਕਮ 25 ਤੋਂ 30 ਫੁੱਲ ਹੁੰਦੇ ਨੇ। ਉਸ 25 ਦੇ 30 ਫੁੱਲਾਂ ਦੇ ਵਿੱਚੋਂ ਅਸੀਂ ਅਗਰ ਆਪਣੇ 18 ਜਾਂ 20 ਟਿੰਡੇ ਤਿਆਰ ਕਰਵਾ ਜਾਈਏ, ਅਸੀਂ ਪਹਿਲੀ ਚੁਨਾਈ ਆਪਣੀ 15 ਤੋਂ 16 ਮਣ ਸ਼ੋਰ ਕਰ ਜਾਂਦੇ ਹਾਂ। ਇਹ ਪਹਿਲੇ ਜਿਹੜੀ ਬਿਜਾਈ ਦੀ 80 ਦਿਨ ਹੈ ਵਾ, ਇਹਨਾਂ ਦੇ ਵਿੱਚ ਖੁਰਾਕ ਸਾਜ਼ੀ ਜਿਹੜੀ ਆ ਉਹਦੇ ਵਿੱਚ ਵਾਈਟਲ ਤੁਹਾਡੀ ਮਾਮਲ ਸਾਬਤ ਹੋ ਸਕਦੀ ਆ ਵਾ। ਨਾਰਮਲ ਰੂਟੀਨ ਤੋਂ ਹਟ ਕੇ ਅਗਰ ਤੁਸੀਂ ਖੁਰਾਕ ਸਾਜ਼ੀ ਬਿਹਤਰ ਕਰੋਗੇ, ਸਾਡੇ ਪਲਾਨ ਦੇ ਮੁਤਾਬਕ ਕਰੋਗੇ, ਤਾਂ ਪਹਿਲੇ ਫੇਜ਼ ਦੇ ਵਿੱਚ ਜਿਹੜੇ 25 ਤੋਂ 30 ਫੁੱਲ ਹੁੰਦੇ ਹੈਗੇ ਨੇ ਉਹਨਾਂ ਦੇ 18 ਤੋਂ 20 ਟਿੰਡੇ ਤੱਕ ਤਿਆਰ ਕਰਵਾ ਸਕਦੇ ਹੋ। ਕੀੜਾ ਘੱਟ ਹੋਏਗਾ। ਅਗਰ ਤੁਸੀਂ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਜਾਓਗੇ ਤਾਂ ਇਹਨਾਂ ਦਾ ਕੀੜਾ ਜ਼ਿਆਦਾ ਹੋ ਜਾਂਦਾ ਵਾ ਔਰ ਇਹ ਰਹਿ ਜਾਂਦੇ ਨੇ 12, 13, 14 ਤੱਕ ਟਿੰਡੇ। ਉੱਥੇ ਹੀ ਸਾਡਾ 3 ਤੋਂ 4, 5 ਮਣ ਦੀ ਪਹਿਲੀ ਚੁਨਾਈ ਦੇ ਉੱਪਰ ਫਰਕ ਜਿਹੜਾ ਵਾ ਜੀ ਉਹ ਅਸੀਂ ਕਵਰ ਕਰਨਾ ਵਾ। ਫਿਰ ਇਹਦਾ ਦੂਸਰਾ ਜਿਹੜਾ ਫੇਜ਼ ਹੁੰਦਾ ਵਾ ਕਾਟਨ ਦਾ, ਉਹਦੇ ਵਿੱਚ ਅਮੂਮੀ ਤੌਰ ਦੇ ਉੱਪਰ ਦੇਖਿਆ ਜਾਂਦਾ ਹੈਗਾ ਵਾ ਕਿ ਉਹ ਬਾਰਿਸ਼ਾਂ ਦੀ ਨਜ਼ਰ ਹੁੰਦੀ ਹੈ। ਤੀਸਰਾ ਫੇਜ਼ ਜਿਹੜਾ ਕਾਟਨ ਦਾ ਸਾਡੇ ਸਾਇੰਸ ਦੀ ਜ਼ਬਾਨ ਦੇ ਵਿੱਚ ਹੈ ਵਾ, ਉਹ ਤੁਹਾਨੂੰ ਦੱਸ ਦਿੱਤਾ ਵਾ। ਇਹ ਸਾਡਾ ਪਹਿਲਾ ਫੇਜ਼ ਹੈ ਵਾ 80 ਦਿਨ ਦਾ। ਇਹ ਜਿਹੜਾ ਇੱਥੇ ਤੱਕ ਇਹ ਫੇਜ਼ ਜਿਹੜਾ ਵਾ ਨਾ ਜੀ, ਇਹ ਜਿਹੜਾ ਸਾਡਾ ਡਿਸਕ੍ਰਾਈਬ ਕਰਦਾ ਵਾ ਕਿ ਪਹਿਲੀ ਸਾਡੀ ਐਵਰੇਜ ਜਿਹੜੀ ਹੈਗੀ ਹੈ 10 ਮਣ ਰਹੇਗੀ, 12 ਮਣ ਰਹੇਗੀ, 16 ਮਣ ਰਹੇਗੀ। ਇਹ ਜਿਹੜਾ ਫੇਜ਼ ਹੈ ਦੂਸਰਾ ਫੇਜ਼ ਹੈ ਜਿਹੜਾ ਇਹ ਬਾਰਿਸ਼ਾਂ ਬਹੁਤ ਆਉਂਦੀਆਂ ਨੇ। ਅਗਰ ਬਾਰਿਸ਼ਾਂ ਹੋ ਜਾਣ ਤਾਂ ਇੱਥੇ ਦੀ ਐਵਰੇਜ 5-6 ਮਣ ਰਹਿ ਜਾਂਦੀ ਹੈ ਵਾ। ਅਗਰ ਬਾਰਿਸ਼ਾਂ ਨਾ ਹੋਣ ਤਾਂ 7-8 ਮਣ ਤੱਕ ਜਾਂਦੀ ਹੈ ਵਾ ਔਰ ਸੁੰਡੀ ਵੀ ਹਮਲਾਵਰ ਹੁੰਦੀ ਹੈ। ਇਹ ਤੀਸਰਾ ਫੇਜ਼ ਜਿਹੜਾ ਹੈਗਾ ਵਾ ਇੰਤਹਾਈ ਸੁੰਡੀ ਦਾ ਮੌਸਮ, ਨਮੀ ਦਾ ਮੌਸਮ
ਔਰ ਫਸਲ ਜਿਹੜੀ ਹੈਗੀ ਆ ਰਿਵਰਟ ਹੋ ਰਹੀ ਹੁੰਦੀ ਆ, ਉਹਦੇ ਉੱਤੇ ਫਿਊਜ਼ੇਰੀਅਮ ਬਲਾਈਟ ਵੀ ਆ ਰਿਹਾ ਹੁੰਦਾ ਵਾ। ਇਹ ਪੈਦਾਵਾਰ ਜਿਹੜੀ ਹੈਗੀ ਸੋਕੜੇ ਦੀ ਨਜ਼ਰ ਆਪਣੀ ਹੋਣ ਦੇ ਚਾਂਸਸ ਹੁੰਦੇ ਨੇ। ਲਿਹਾਜ਼ਾ ਪਹਿਲੀ ਜਿਹੜੀ ਚਨਾਈ ਹੈਗੀ ਆ ਨਾ, ਇਹਦੇ ਤੁਸੀਂ ਭਰਪੂਰ ਤਵੱਜੋ ਦੇਣ ਦੀ ਕੋਸ਼ਿਸ਼ ਕਰਨੀ ਹੈ ਵਾ। ਉਹਦੇ ਵਾਸਤੇ ਸਭ ਨਾਲੋਂ ਪਹਿਲੇ ਤਾਂ ਹੈ ਵਾ ਕਿ DAP ਦਾ ਇਸਤੇਮਾਲ, ਫਾਸਫੋਰਸ ਸਾਨੂੰ ਦੇਣੀ ਪਏਗੀ। ਫਾਸਫੋਰਸ ਦਾ ਰੇਟ ਬਹੁਤ ਜ਼ਿਆਦਾ ਵਾ। DAP ਜਿਹੜਾ ਹੈਗਾ ਵਾ ਉਹਦੇ ਮੁਤਬਾਦਲ ਦੇ ਉੱਪਰ ਇਸ ਨਾਲੋਂ ਵੀ ਅੱਛੀ ਔਰ ਠੰਡੀ ਖਾਦ ਜਿਹੜੀ ਜ਼ਮੀਨ ਦੇ ਨਾਲ ਮੁਤਾਬਕਤ ਰੱਖਦੀ ਹੈਗੀ ਆ, ਉਹ ਬਾਇਓ ਆਰਗੈਨੋ ਫਾਸਫੇਟ ਦੇ ਨਾਮ ਤੋਂ ਅਸੀਂ ਦੇ ਰਹੇ ਹਾਂ, BOP, ਜਿਹਦਾ ਕਿ 50 ਕਿਲੋ ਦਾ ਰੇਟ ਜਿਹੜਾ ਵਾ DAP ਦਾ ਤੀਸਰੇ ਹਿੱਸਾ ਰੇਟ ਆ ਉਹਦਾ। ਅਗਰ ਉਹਦੇ ਤੁਸੀਂ 2 ਬੈਗ ਇਸਤੇਮਾਲ ਕਰ ਲੈਂਦੇ ਹੈਗੇ ਉਹ ਤੋਂ ਜ਼ਿਆਦਾ ਸੂਟੇਬਲ ਹੈਗਾ ਵਾ ਤੁਹਾਡੇ ਵਾਸਤੇ ਅਗਰ ਟਿਊਬਵੈੱਲ ਦਾ ਪਾਣੀ ਇਸਤੇਮਾਲ ਤੁਸੀਂ ਕਰਨਾ ਹੈ ਵਾ। ਜਿਹੜੀਆਂ ਮਿੱਠੀਆਂ ਜ਼ਮੀਨਾਂ ਨੇ, ਟਿਊਬਵੈੱਲ ਮਿੱਠੇ ਹੈਗੇ ਨੇ, ਉੱਥੇ DAP ਬੈਸਟ ਹੈ ਵਾ। ਅਗਰ ਤੁਸੀਂ ਟਿਊਬਵੈੱਲ ਦੇਣਾ ਹੈ ਵਾ, ਹਲਕਾ ਕਲਰ ਵਾਲਾ ਹੈਗਾ ਵਾ, ਜ਼ਮੀਨ ਵੀ ਥੋੜਾ ਸਲਾਈਨ ਰੱਖਦੀ ਹੈ ਵਾ, ਬਾਇਓ ਆਰਗੈਨੋ ਫਾਸਫੇਟ ਅਜੂਬਾ ਦੇ ਨਾਮ ਤੋਂ ਵਾਈਟਲ ਦੇ ਰਿਹਾ ਵਾ, ਉਹ ਤੁਸੀਂ ਪਾਓਗੇ। 40 ਕਿਲੋ ਫਾਸਫੋਰਸ ਤੁਸੀਂ ਅਗਰ 2 ਬੈਗ ਇਸਤੇਮਾਲ ਕਰਦੇ ਹੈਗੇ ਹੋ, ਤੁਸੀਂ ਆਪਣੇ ਰਕਬੇ ਦੇ ਵਿੱਚ ਦੇਤੀ ਹੈ। ਔਰ ਠੰਡੀ ਫਾਸਫੋਰਸ ਜਿਹੜੀ ਕਿ ਪੌਦੇ ਨੂੰ ਅਵੇਲੇਬਲ ਵੀ ਜਲਦੀ ਹੁੰਦੀ ਹੈ ਔਰ ਜ਼ਮੀਨ ਦੀ ਸਾਖਤ ਦੇ ਉੱਪਰ ਕੜ ਬਣਾਉਣ ਦੇ ਵਿੱਚ ਵੀ ਕਿਰਦਾਰ ਨਹੀਂ ਅਦਾ ਕਰਦੀ, ਬਲਕਿ ਜ਼ਮੀਨ ਦਾ ਕੜ ਤੋੜਦੀ ਹੈ ਵਾ ਨਾਲ। ਫਾਸਫੋਰਸ ਦੀ ਕਮੀ ਜਿਹੜੀ ਆ ਤੁਸੀਂ ਰਿਪਲੇਸ ਕਰ ਸਕਦੇ ਹੋ। ਐਸ ਕੀ ਗੰਦਮ ਦੇ ਉੱਪਰ ਅਸੀਂ ਇਸਤੇਮਾਲ ਕਰਵਾਈ ਆ ਵਾ, ਲੋਕਾਂ ਦੇ ਬਹੁਤ ਅੱਛਾ ਫੀਡਬੈਕ ਆਇਆ। DAP ਕਿਉਂਕਿ ਮਹਿੰਗੀ ਸੀਗੀ, ਜ਼ਿਮੀਦਾਰ ਨੇ ਐਸ ਕੀ ਕੋਸ਼ਿਸ਼ ਕਰਕੇ ਖੁਦ ਵੀ ਇਸਤੇਮਾਲ ਕੀਤੀ, ਸਾਡੇ ਕਹਿਣ ਤੇ ਵੀ ਕੀਤੀ ਔਰ ਬਹੁਤ ਹੀ ਸ਼ਾਨਦਾਰ ਰਿਜ਼ਲਟ ਲਏ ਨੇ ਉਸੇ ਗੰਦਮ ਦੀ ਪੈਦਾਵਾਰ ਦੇ ਉੱਤੇ ਬਾਇਓ ਆਰਗੈਨੋ ਫਾਸਫੇਟ ਦੇ। ਜਿਹੜੀ DAP ਹੈਗੀ ਆ ਇਹ ਵੀ ਪੱਥਰ ਹੈਗਾ ਵਾ, ਅਸੀਂ ਬਾਹਰੋਂ ਲੈਂਦੇ ਆ ਵਾ। ਜਿਹੜੀ BOP ਹੈਗੀ ਹੈ ਸਾਡੀ ਲੋਕਲ ਹੈਗੀ ਹੈ ਹਜ਼ਾਰਾ ਦੀ, ਬੰਨੂ ਦੀ। ਇਸ ਏਰੀਏ ਦੇ ਵਿੱਚ ਸਾਡੇ ਕੋਲ ਫਾਸਫੋਰਸ ਰਾਖ ਪਈ ਹੈ ਤੇ ਪੱਥਰ ਹੈ DAP, ਇਹ ਬਾਹਰੋਂ ਵੀ ਪੱਥਰ ਆਉਂਦਾ ਵਾ, ਮਿਸਰ ਤੋਂ ਆ ਰਿਹਾ ਵਾ ਜੀ, ਆਸਟ੍ਰੇਲੀਆ ਤੋਂ ਆ ਰਿਹਾ ਵਾ, ਰਸ਼ੀਆ ਤੋਂ ਆ ਰਿਹਾ ਸੀ। ਇਹੀ ਜਿਹੜੀ ਇਹ ਰਾਖ ਜਿਹੜੀ ਹੈਗੀ ਆ ਇਹ ਸਾਡੇ ਕੋਲ ਪਈ ਆ ਵਾ ਹਜ਼ਾਰਾ ਔਰ ਬੰਨੂ ਦੇ ਵਿੱਚ ਬਹੁਤ ਜ਼ਿਆਦਾ। ਉੱਥੋਂ ਇਹ 20% ਦੇ ਵਿੱਚ ਸਾਡੀ ਆਪਣੀ ਲੋਕਲ ਬਾਇਓ ਆਰਗੈਨੋ ਫਾਸਫੇਟ ਜਿਹੜੀ ਪਾਕਿਸਤਾਨ 'ਚ ਬਣ ਰਹੀ ਹੈ ਵਾ, ਉਹ 20% ਫਾਸਫੋਰਸ ਦੇ ਰਿਹਾ ਵਾ ਔਰ ਸ਼ਾਨਦਾਰ ਹੈ ਵਾ, ਸ਼ਾਨਦਾਰ ਰਿਜ਼ਲਟ ਵੀ ਦੇ ਰਿਹਾ ਵਾ। ਕੋਸ਼ਿਸ਼ ਕਰੋ ਕਿ ਆਪਾਂ ਜਿਹੜਾ ਪੈਸਾ ਬਾਹਰ ਲੁਟਾ ਚੁੱਕੇ ਆ ਵਾ ਐਂਗਰੋਆਂ ਨੂੰ, ਫਲਾਨਿਆਂ ਨੂੰ, ਦੂਸਰਿਆਂ ਤੀਸਰਿਆਂ ਨੂੰ, ਉੱਥੋਂ ਅਸੀਂ ਆਪਣੀ ਇੰਡਸਟਰੀ, ਆਪਣੇ ਵਸਾਇਲ ਦੀ ਤਰਫ ਸ਼ਿਫਟ ਹੋਈਏ ਔਰ ਉਸ ਤੋਂ ਫਾਇਦਾ ਚੱਕੀਏ। ਸਾਡੇ ਪਾਕਿਸਤਾਨ ਦਾ ਵੀ ਫਾਇਦਾ ਹੋਵੇ, ਇੰਪੋਰਟ ਦੇ ਵਿੱਚ ਪੈਸਾ ਵੀ ਕਮ ਤੋਂ ਕਮ ਜਾਵੇ। BOP ਦੇ ਇਸਤੇਮਾਲ ਤੋਂ ਬਾਅਦ 2 ਐਸੀਆਂ ਚੀਜ਼ਾਂ ਹੈਗੀਆਂ ਨੇ ਸਾਡੇ ਕੋਲ ਪ੍ਰੋਡਕਟ ਪਿਆ ਵਾ ਆਊਟਪੁੱਟ ਦੇ ਨਾਮ ਦੇ ਤੋਂ 8 kg ਜੇ। ਇਹ ਹਿਊਮਿਕ ਐਸਿਡ, ਫਲਵਕ ਐਸਿਡ ਔਰ ਜਿਬਰਾਲੀਨ ਐਸਿਡ, ਇਹਨਾਂ ਤਿੰਨਾਂ ਦਾ, ਜਿਬਰੀਲਿਕ ਐਸਿਡ ਦਾ, ਹਿਊਮਿਕ ਐਸਿਡ ਔਰ ਫਲਵਕ ਐਸਿਡ ਦਾ ਮਿਕਸਚਰ ਹੁੰਦਾ ਵਾ। ਇਹ ਜ਼ਮੀਨ ਦੇ ਵਿੱਚ ਕੈਪਸੂਲੇਟਡ ਫਾਰਮੂਲੇਸ਼ਨ ਕਰਦਾ ਵਾ, ਆਪਣੀ ਜਾਂਦਾ ਹੈ ਵਾ। ਇਹਦਾ ਸਭ ਨਾਲੋਂ ਬੜਾ ਬੈਨੀਫਿਟ ਹੈਗਾ ਵਾ ਕਿ ਤੁਹਾਡੇ ਜ਼ਮੀਨ ਦੀ ਵਾਟਰ ਹੋਲਡਿੰਗ ਕਪੈਸਿਟੀ ਵਧਾ ਦਿੰਦਾ ਵਾ, ਪੱਤਰ ਰੱਖਣ ਦੀ ਜ਼ਮੀਨ ਦੇ ਵਿੱਚ ਸਲਾਹੀਅਤ ਨੂੰ बढ़ा ਦਿੰਦਾ ਵਾ। ਜੜ੍ਹਾਂ ਦੇ ਉੱਪਰ ਜਿੰਨਾ ਜਾਲ ਆਉਂਦਾ ਹੈ ਵਾ, ਉਹ ਇਹ ਇਸਤੇਮਾਲ ਕੀਤਾ ਹੋਵੇ ਤੇ ਜੜ੍ਹਾਂ ਦਾ ਜਾਲ ਜਿਹੜਾ ਹੈਗਾ ਵਾ ਉਹਦੇ ਉੱਪਰ ਪਾਸੇ ਫਾਈਬਰ ਹੁੰਦਾ ਵਾ, ਵਾਲ ਆਉਂਦੇ ਹੈਗੇ ਨੇ, ਉਹ ਜ਼ਿਆਦਾ ਬਣਦੇ ਹੋਏ ਨੇ। ਪੌਦਾ ਜ਼ਿਆਦਾ ਨਿਊਟ੍ਰੀਸ਼ਨ, ਜ਼ਿਆਦਾ ਵਾਟਰ ਆਪਟੇਕ ਕਰਦਾ ਹੈ ਵਾ, ਜਿਹਦੀ ਵਜ੍ਹਾ ਤੋਂ ਉਹਦੀ ਹੈਲਥ ਜ਼ਿਆਦਾ ਅੱਛੀ ਰਹਿੰਦੀ ਹੈ ਵਾ। ਜਿਹੜਾ ਆਪਾਂ ਬੈਨੀਫਿਟ ਦੇਖਿਆ ਵਾ, ਜ਼ਿਮੀਦਾਰ ਨੂੰ ਚਾਹੀਦਾ ਹੁੰਦਾ ਵਾ, ਸਾਇੰਸ ਨਾਲ ਨਹੀਂ ਗਰਜ਼ ਹੁੰਦੀ, ਉਹਨੂੰ ਫਾਇਦੇ ਨਾਲ ਚਾਹੀਦੀ ਨੇ। ਫਾਇਦਾ ਇਹ ਹੈਗਾ ਵਾ ਕਿ ਜਿਹੜਾ ਬੰਦਾ 8 kg ਦਾ ਇਹਨੂੰ ਥੱਲੇ ਜ਼ਮੀਨ ਦੀ ਤਿਆਰੀ ਦੇ ਉੱਤੇ ਇਸਤੇਮਾਲ ਕਰੇ ਔਰ ਇਹਦੀ ਇੱਕ ਲਿਕੁਇਡ ਫਾਰਮ ਹੁੰਦੀ ਹੈਗੀ ਆ ਡਿਫੀਟਰ ਦੇ ਨਾਮ ਤੋਂ ਆ ਸਾਡੇ ਕੋਲ, ਉਹ 4 ਤੋਂ 6 ਲੀਟਰ ਇਸਤੇਮਾਲ ਕੀਤਾ ਜਾਵੇ ਪਹਿਲੇ ਪਾਣੀ ਦੇ ਉੱਤੇ ਜਾਂ ਦੂਸਰੇ ਪਾਣੀ ਦੇ ਉੱਪਰ। ਤੁਹਾਡਾ ਸ਼ੈਡਿੰਗ ਦਾ ਮਸਲਾ, ਜਿੰਨਾ ਫਰੂਟ ਆਏਗਾ, ਜਿੰਨਾ ਫੁੱਲ ਆਏਗਾ, ਉਹ ਰਿਟੇਨ ਰਹੇਗਾ। ਫਰੂਟ ਤੁਹਾਡਾ ਰਿਟੇਨ ਰਹੇਗਾ, ਚਿਪਕੇਗਾ ਜ਼ਿਆਦਾ ਪੌਦੇ ਦੇ ਨਾਲ, ਕੀੜਾ ਕੰਮ ਕਰੇਗਾ। ਔਰ 5 ਤੋਂ 6 ਬॉल ਜਿਹੜੇ ਨੇ, 5 ਤੋਂ 6 ਟਿੰਡੇ ਜਿਹੜੇ ਨੇ, ਉਹ ਤੁਹਾਡੀ ਪਹਿਲੀ ਚਨਾਈ ਦੇ ਵਿੱਚ ਫੀ ਪੌਦਾ ਇਜ਼ਾਫੇ ਦਾ ਬਾਇਸ ਬਣੇਗਾ। ਇਹ 2 ਚੀਜ਼ਾਂ ਦਾ ਇਸਤੇਮਾਲ, ਔਰ ਇਹ ਪ੍ਰੈਕਟੀਕਲੀ ਅਸੀਂ ਇਹਨੂੰ ਤਜਰਬਾਤੀ ਤੌਰ ਤੇ ਦੇਖਿਆ ਵਾ, ਇਸਤੇਮਾਲ ਕਰਕੇ ਜ਼ਿਮੀਦਾਰ ਖੁਦ ਇਸ ਤੋਂ ਮੋਟੀਵੇਟ ਆ। ਮੈਂ ਖੁਦ ਵੀ ਕਾਸ਼ਤਕਾਰ ਆਇਆ ਵਾਂ, ਮੈਂ ਇਸ ਤੋਂ ਬਹੁਤ ਬੈਨੀਫਿਟ ਚੁੱਕ ਰਿਹਾ ਵਾ। ਪਹਿਲੀ ਚਨਾਈ ਦੇ ਉੱਪਰ ਮੈਂ ਆਪਣੇ ਪਿਛਲੇ ਸਾਲ, ਇਹ ਜਿਹੜਾ ਕਰੰਟ ਸਾਲ ਗੁਜ਼ਰਿਆ ਵਾ, ਇਹਦੇ ਵਿੱਚੋਂ 4 ਏਕੜ ਮੇਰੇ ਐਸੇ ਸੀਗੇ ਜਿਨ੍ਹਾਂ ਦੀ ਪਹਿਲੀ ਚਨਾਈ ਜਿਹੜੀ ਆ ਮੇਰੀ ਉਹ 22 ਮਣ ਦੀ ਐਵਰੇਜ ਨਾਲ 4 ਏਕੜ ਦੀ ਆਈ। ਵੈਸੇ ਮੇਰੇ ਕੋਲ 9 ਏਕੜ ਦੀ ਕਾਟਨ ਸੀਗੀ, ਬਾਕੀਆਂ ਦੀ ਕਮ ਸੀਗੀ, ਲੇਕਿਨ 4 ਏਕੜ ਦੀ ਚਨਾਈ ਜਿਹੜੀ ਸੀਗੀ, ਜਿਹੜੇ ਅਗੇਤਰੇ ਕਾਜ ਸੀਗੀ, ਉਹ 22 ਮਣ ਤੱਕ ਆਈ, ਬਾਕੀ ਵੀ 16 ਤੋਂ 18 ਮਣ ਤੱਕ ਸੀ। ਉਹਦੇ ਵਿੱਚ ਇੰਪੈਕਟ ਸਿਰਫ ਇਹ ਸੀਗਾ ਕਿ ਬਾਕੀ ਲੋਕ ਵੀ ਅਦਰ ਕਰ ਰਹੇ ਨੇ, ਮੈਂ ਵੀ ਕਰ ਰਿਹਾ ਵਾਂ। ਮੈਂ ਇਹਨੂੰ ਆਪਣਾ 12 ਲੀਟਰ ਤੱਕ ਇਹਦੀ ਫਲੱਡਿੰਗ ਕੀਤੀ ਸੀਗੀ ਔਰ ਥੱਲੇ ਇਹਦਾ ਇੱਕ ਬੈਗ ਇਸਤੇਮਾਲ ਕੀਤਾ ਸੀਗਾ। ਉਹਦੇ ਨਾਲ ਮੈਨੂੰ ਇਹ ਫਾਇਦਾ ਮਿਲਿਆ ਕਿ SS32 ਔਰ ਮੇਰੇ ਕੋਲ ਇੱਕ ਹੋਰ ਵੈਰਾਈਟੀ ਸੀਗੀ,
ਉਹਦੇ ਉੱਪਰ ਸ਼ੈਡਿੰਗ ਨਹੀਂ ਹੋਈ, ਕੇਰਾ ਨਹੀਂ ਹੋ ਰਿਹਾ ਸੀਗਾ। ਉਹ ਕੇਰਾ ਨਾ ਹੋਣ ਦੀ ਵਜ੍ਹਾ ਤੋਂ ਬਾਅਦ ਮੈਨੂੰ ਪ੍ਰੋਬਲਮ ਵੀ ਬਣਿਆ, ਕਿਉਂਕਿ ਪਾਣੀ ਜਿਹੜਾ ਸੀਗਾ ਫਿਰ ਪੂਰਾ ਨਹੀਂ ਆ ਰਿਹਾ ਸੀਗਾ, ਤੇ ਟਿੰਡਾ ਜਦੋਂ ਜ਼ਿਆਦਾ ਚੁੱਕ ਜਾਂਦਾ ਵਾ ਫਿਰ ਉਹਨੂੰ ਪਾਣੀ ਚਾਹੀਦਾ ਬਹੁਤ ਜ਼ਿਆਦਾ ਹੁੰਦਾ ਵਾ, ਠੀਕ ਹੈ ਨਾ। ਉੱਥੇ ਫਿਰ ਮੈਨੂੰ ਐਕਸਟਰਾ ਟੂਲ ਚਲਾ ਕੇ ਇੱਕ ਫੇਜ਼ ਦੇ ਵਿੱਚੋਂ 15 ਦਿਨ ਕੱਢਣਾ ਪਿਆ ਨਰਮੇ ਨੂੰ। ਲੇਕਿਨ ਇਹ ਆ ਕਿ ਫਿਰ ਉਹ ਪਹਿਲੀ ਚਨਾਈ ਜਿਹੜੀ ਸੀਗੀ ਮੇਰੀ ਉਹ ਬਹੁਤ ਟਾਪ ਦੀ ਆਈ ਸੀਗੀ, ਠੀਕ ਹੈ ਜੀ। ਔਰ ਬਹੁਤ ਜ਼ਿਆਦਾ ਜ਼ਿਮੀਦਾਰਾਂ ਕੋਲ ਦੇਖਿਆ, ਦੋ ਐਸੀਆਂ ਚੀਜ਼ਾਂ ਹੈ ਕਿ ਇਹਨਾਂ ਦਾ ਖਰਚਾ ਕੋਈ ਇਤਨਾ ਜ਼ਿਆਦਾ ਨਹੀਂ ਹੈ, 2 ਤੋਂ 3 ਹਜ਼ਾਰ ਖਰਚੇ ਦੇ ਵਿੱਚ ਤੁਹਾਡਾ 3-4 ਮਣ ਦਾ ਇਜ਼ਾਫੇ ਦਾ ਬੈਸ ਬਣਦੀਆਂ ਨੇ। ਇੱਕ ਜਿਹੜੀਆਂ ਤੁਹਾਨੂੰ ਮੈਂ ਪ੍ਰੈਕਟਿਸ ਦੱਸੀਆਂ ਹੈਗੀਆਂ ਨੇ ਪਾਣੀ ਦੇ ਹਵਾਲੇ ਦੇ ਨਾਲ, ਆਪਣੀ ਏਕੜਜ ਨੂੰ ਘੱਟ ਰੱਖੋ, ਜ਼ਮੀਨ ਨੂੰ ਵਹਾਉਣਾ ਕਿਵੇਂ ਆ ਵਾ, ਯੂਨੀਫਾਰਮ ਸਪੇਸਿੰਗ ਹੋਵੇ, ਇਹ ਸਾਰੀਆਂ ਪ੍ਰੈਕਟਿਸ ਨੂੰ ਅਸੀਂ ਅਗਰ ਜ਼ਿਹਨ ਦੇ ਵਿੱਚ ਰੱਖੀਏ 2-3 ਮਣ ਦਾ ਫਰਕ ਅਸੀਂ ਇੱਥੇ ਪਾ ਸਕਦੇ ਹਾਂ ਵਾ ਪਹਿਲੀ ਚਨਾਈ ਦਾ। BOP ਇਸਤੇਮਾਲ ਕਰੋ, ਡਿਫੀਟਰ ਔਰ ਆਊਟਪੁੱਟ ਦੇ ਇਸਤੇਮਾਲ ਦੇ ਨਾਲ ਜ਼ਮੀਨੀ ਸਲਾਹਕਾਰ ਵੀ ਹੈ ਨੇ, ਜਿੱਥੇ ਟੂਲ ਚੱਲਦੇ ਨੇ ਉੱਥੇ ਸਲਾਹਕਾਰੀ ਵੀ ਕਰਦੇ ਹੈਗੇ ਨੇ, ਔਰ ਕ੍ਰਾਪ ਨੂੰ ਵੀ, ਫਸਲ ਨੂੰ ਵੀ ਖੁਸ਼ਹਾਲ ਰੱਖਦੇ ਆ ਨੇ, ਔਰ ਪੈਦਾਵਾਰ 'ਚ ਵੀ ਇਜ਼ਾਫਾ ਕਰਦੇ ਨੇ। ਇਹਨਾਂ ਦਾ ਅਗਰ ਅਸੀਂ ਐਕਸਟਰਾ ਖਰਚਾ ਕਰ ਸਕਦੇ ਹਾਂ ਵਾ, ਅਗਰ ਇਹ ਕਰੀਏ ਤੇ ਅਸੀਂ ਆਪਣੀ 20 ਏਕੜ ਪੈਦਾਵਾਰ ਦੇ ਵਿੱਚ 2 ਤੋਂ 3 ਮਣ ਦਾ ਵਾਜ਼ੇ ਫਰਕ ਅਸੀਂ ਜਿਹੜਾ ਵਾ ਉਹ ਅਸੀਂ ਦੇਖਾਂਗੇ, ਸ਼ੈਡਿੰਗ ਨੂੰ ਰੋਕ ਕੇ ਸਿਰਫ, ਠੀਕ ਹੈ ਜੀ। ਇਹ ਦੋ ਪ੍ਰੋਡਕਟ ਜਿਹੜੇ ਨੇ ਜੀ ਤੁਹਾਡੇ ਅਸੀਂ ਇਸਤੇਮਾਲ ਕਰਾਉਣ ਦੇ ਖਾਸ ਮੰਨਦਾ ਹਾਂ। ਤੀਸਰਾ ਇਹ ਹੁੰਦਾ ਵਾ ਕਿ ਜਦੋਂ ਨੌਜ਼ਾਇਦਾ ਪੱਤਾ ਹੁੰਦਾ ਵਾ ਨਾ, ਇਹਦੇ ਉੱਤੇ ਕੋਈ ਵੀ ਫਸਲ ਕਾਟਨ ਹੈ ਵਾ, ਇਹਦੇ ਉੱਤੇ ਜਦੋਂ ਵੀ ਸਪਰੇਅ ਕਰੋਗੇ, ਜਿਹੜਾ ਵੀ ਕਰੋਗੇ, ਹਲਕਾ ਫੁਲਕਾ ਸਟ੍ਰੈਸ ਹੁੰਦਾ, ਦਬਾਅ ਹੁੰਦਾ, ਔਰ ਛੋਟੇ ਪੌਦਿਆਂ ਦੇ ਉੱਪਰ ਦਬਾਅ ਜਿਹੜਾ ਵਾ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਬੀਜ ਨੂੰ ਦਵਾਈ ਲਗਾ ਕੇ ਇਸਤੇਮਾਲ ਕਰੋ, ਬੀਜੋ। 400 ਤੋਂ 500 ਰੁਪਇਆ ਫੀ ਏਕੜ ਦੇ ਉੱਪਰ ਖਰਚਾ ਹੁੰਦਾ ਵਾ, 40 ਤੋਂ 45 ਦਿਨ ਦੀ ਪ੍ਰੋਟੈਕਸ਼ਨ ਦਿੰਦਾ ਵਾ ਥ੍ਰਿਪਸ ਤੋਂ, ਤੇਲੇ ਤੋਂ। ਦੂਸਰੇ ਨੰਬਰ ਦੇ ਉੱਪਰ ਥਾਇਓ ਯੂਰੀਆ ਗਰੁੱਪ ਦੀ ਸੀਡ ਟ੍ਰੀਟਮੈਂਟ ਹੁੰਦੀ ਆ ਵਾ, ਜਿਹੜੀ ਕਿ ਪੌਦੇ ਨੂੰ ਜ਼ਿਆਦਾ ਖੁਸ਼ਹਾਲ ਰੱਖਦੀ ਆ।